गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो, जो आपां नूं गुरबाणी गुरु विच गुरु साहिबानां ने, भगतां ने, संतां ने, गुरसिखां ने, सतगुरु गुरु नानक देव जी ने भेज दिता है। सारा भेद अपने मन नूं दिता जाता। ये हुण मन है जिहड़ा, ये मन है की है, मन का जन्म कित्थों होया, ते जन्म तो बाद फिर किवें इहनूं ये शरीर ये पंजां तत्तां दे नाल जोड़िया गया। ये फिर आपां नूं गुरु नानक देव जी महाराज समझाउंदे, जिवें ये शरीर पंजां तत्तां दा बने, इसे तरह ही जिहड़ा मन है, वो मन का जन्म भी पंजां तत्तां तो होया। पर वो जिहड़े तत्त ने वो सूखम ने, वो प्रकाश रूप। जदों उन्हां प्रकाश रूप तत्तां नूं इकट्ठियां कीता जाता है, उत्थों एक फिर जोत प्रगट हुंदी। उस जोत का नाम मन रखिया गया। महाराज दसदे भी ये मन का जन्म फिर किवें पंजां तत्तां तो कराया गया। फरमाउंदे ने, ये मन कर्मा, ये मन धर्मा, ये मन पंच तत्त ते जन्मा। सागत लोभी इहो मन मूढ़ा, गुरमुख नाम जपिए मन रूढ़ा। ये पंजां तत्तां तो मन का जन्म करा के मेरे तन दे नाल जोड़िया गया। पंच तत्त सुनो परगासा, देह संजोगी कर्म अभ्यास। हुण मन नूं पंजां तत्तां तो प्रगट करके
ਇਹ 10 ਦੀਵਾਰਾਂ ਦਾ ਜਿਹੜਾ ਸਰੀਰ ਹੈ ਇਹ ਤਾਨੇ ਹੀ ਪਿੰਡ ਬਣਾ ਦਿੱਤੇ। ਹੁਣ ਇਹ ਮਨ ਜਦੋਂ ਇੱਧਰ ਆ ਕੇ ਤ੍ਰੈ ਗੁਣਾਂ ਦੇ ਵਿੱਚ ਖੇਡਦਾ ਹੈ, ਜਦੋਂ ਦਾ ਇਹ ਸਤੋ ਗੁਣ 'ਤੇ ਹੁੰਦਾ, ਇਹਨੂੰ ਧਰਮੀ ਕਹਿੰਦੇ ਨੇ। ਇਹ ਮਨ ਧਰਮ ਆ, ਵੀ ਇਹ ਧਰਮੀ। ਸਤੋ ਗੁਣ ਦੇ ਜਿਹੜੇ ਗੁਣ ਨੇ ਉਹਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਜਸਤ, ਸਬਰ, ਸੰਤੋਖ, ਉਦੋਂ ਕਹਿੰਦੇ ਵੀ ਇਹ ਧਰਮੀ। ਜਦੋਂ ਇਹ ਮਨ ਰਜੋ ਗੁਣ 'ਤੇ ਜਾ ਕੇ ਸਿਰਫ ਕਰਮ ਦੇ ਨਾਲ ਹੀ ਜੁੜ ਜਾਂਦਾ ਅਤੇ ਉਦੋਂ ਕਹਿੰਦੇ ਇਹ ਕਰਮ ਹੈ, ਇਹ ਮਨ ਕਰਮ। ਫਿਰ ਜਦੋਂ ਇਹ ਤਮੋ ਗੁਣ 'ਤੇ ਚਲਾ ਜਾਂਦਾ, ਉੱਥੇ ਜਾ ਕੇ ਵੈਰ, ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ, ਹਉਮੈ, ਹੰਕਾਰ ਦੇ ਵਿੱਚ ਚਲਾ ਜਾਂਦਾ। ਉਦੋਂ ਇਹਨੂੰ ਸਾਕਤ ਕਹਿੰਦੇ, ਲੋਭੀ। ਇਹ ਮਨ ਸਾਕਤ, ਇਹ ਮਨ ਮੂੜਾ। ਅਤੇ ਜਿਹੜੇ ਗੁਰਮੁਖ ਫਿਰ ਨਾਮ ਦੇ ਨਾਲ ਜੁੜ ਗਏ, ਉਹਨਾਂ ਦਾ ਮਨ ਹੈ ਜਿਹੜਾ ਉਹ ਸੋਹਣਾ ਹੋ ਜਾਂਦਾ। ਗੁਰਮੁਖ ਨਾਮ ਜਪੀਏ ਮਨ ਰੂੜਾ। ਬਈ ਜਿਨ੍ਹਾਂ ਨੇ ਇਹਦਾ ਨਾਮ ਜਪਿਆ, ਭਗਤੀ ਕੀਤੀ, ਉਹਨਾਂ ਦਾ ਮਨ ਸੀ ਜਿਹੜਾ ਉਹ ਸੁੰਦਰ ਹੋ ਗਿਆ, ਉਹ ਸੋਹਣਾ ਹੋ ਗਿਆ। ਜਿਹੜੇ ਨਹੀਂ ਜਪਦੇ, ਉਹ ਜਾਂ ਕਰਮ ਦੇ ਨਾਲ ਜੁੜੇ ਅਤੇ ਜਾਂ ਉਹ ਤਮੋ ਗੁਣ ਦੇ ਨਾਲ ਜੁੜੇ, ਉਦੋਂ ਫਿਰ ਕਹਿੰਦੇ ਸਾਕਤ ਹੈ, ਮਨਮੁਖ। ਇਹ ਮੂੜ ਹੈ, ਇਹ ਅੰਧ ਗਿਆਨੀ ਹੈ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਇਹ ਸਾਰੀਆਂ ਅਵਸਥਾਵਾਂ ਇਹ ਸਾਡੇ ਮਨ ਦੀਆਂ ਨੇ। ਜਦੋਂ ਇੱਧਰ ਆ ਕੇ ਇਸ ਸੰਸਾਰ ਦੇ ਵਿੱਚ ਚੱਲਦਾ, ਭਰਮ ਦੇ ਵਿੱਚ ਜਦੋਂ ਪੈ ਜਾਂਦਾ, ਉਦੋਂ ਫਿਰ ਇਹ ਮਨ ਹੀ ਸਾਕਤ, ਇਸ ਨੂੰ ਹੀ ਪਸ਼ੂ, ਇਹਨੂੰ ਹੀ ਪ੍ਰੀਤ ਕਹਿੰਦੇ। ਇਹ ਮਨ ਹੀ ਪ੍ਰੀਤ ਬਣ ਜਾਂਦਾ। ਫਿਰ ਇਹ ਮਨ ਹੀ ਮਾਨਸ ਬਣਨਾ, ਇਸੇ ਨੇ ਮਾਨਸ ਤੋਂ ਦੇਵਤਾ ਬਣਨਾ। ਇਹ ਮਨ ਹੀ ਸੰਤ ਬਣਨਾ, ਇਹਨੇ ਸਾਧੂ ਬਣਨਾ, ਇਹਨੇ ਗੁਰਸਿੱਖ ਬਣਨਾ। ਇਹ ਮਨ ਹੀ ਭਗਤ ਬਣਨਾ ਅਤੇ ਇਹਨੇ ਬ੍ਰਹਮ ਗਿਆਨੀ ਬਣਨਾ, ਇਹਨੇ ਗੁਰਮੁਖ ਬਣਨਾ। ਇਹ ਸਾਰੀਆਂ ਅਵਸਥਾਵਾਂ ਫਿਰ ਮਨ ਦੀਆਂ ਨੇ, ਇਹ ਕਿਸੇ ਪਹਿਰਾਵੇ ਦਾ ਨਾਂ ਨਹੀਂ ਹੈ। ਇਹ ਸਾਰੀਆਂ ਅਵਸਥਾਵਾਂ, ਸਾਰੇ ਖਿਤਾਬ ਸਾਡੇ ਮਨ ਨੂੰ ਦਿੱਤੇ ਜਾਂਦੇ। ਹੁਣ ਸਾਨੂੰ ਮਹਾਰਾਜ ਸਮਝਾਉਂਦੇ ਵੀ ਜਦੋਂ ਤਾਂ ਇੱਥੇ ਆ ਕੇ ਮਨ ਤਮੋ ਗੁਣ 'ਤੇ ਚਲਾ ਜਾਂਦਾ, ਭਰਮ ਦੇ ਵਿੱਚ, ਇਹਦੇ ਮਾਇਆ ਦੇ ਨਾਲ ਮੋਹ ਪਾ ਲੈਂਦਾ, ਪਰਮਾਤਮਾ ਦਾ ਸਿਮਰਨ ਕਰਦਾ ਕੋਈ ਨਹੀਂ। ਉਦੋਂ ਫਿਰ ਇਸੇ ਮਨ ਨੂੰ ਹੀ ਪ੍ਰੀਤ ਕਹਿੰਦੇ ਨੇ। ਮਾਇਆ ਮੋਹ ਪ੍ਰੀਤ ਹੈ, ਕਾਮ ਕ੍ਰੋਧ ਹੰਕਾਰ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰ। ਮਨ ਮੁਖ ਜਮ ਮਗ ਪਾਇਣ, ਜਿਨ੍ਹਾਂ ਦੂਜਾ ਭਾਉ ਪਿਆਰ, ਜਮ ਪਰ ਵੱਧੇ ਮਾਰੀਏ, ਕੋ ਨਾ ਸੁਣੇ ਪੁਕਾਰ। ਇਹ ਫਿਰ ਮਨ ਹੀ ਪ੍ਰੀਤ ਬਣ ਜਾਂਦਾ। ਜਦੋਂ ਮਨ ਪ੍ਰੀਤ ਬਣ ਜਾਂਦਾ, ਇਹ ਫਿਰ ਦੁਖੀ ਬਹੁਤ ਜ਼ਿਆਦਾ ਹੁੰਦਾ। ਪ੍ਰੀਤ ਮਨ ਫਿਰ ਜਲਦਾ ਹੀ ਰਹਿੰਦਾ ਅਗਨ ਦੇ ਵਿੱਚ। ਮਾਰੇ ਕਹਿੰਦੇ ਪ੍ਰੀਤ ਪਿੰਜਰ ਮੈਂ ਦੁੱਖ ਘਨੇਰੇ। ਬਈ ਜਦੋਂ ਇਹ ਮਨ ਪ੍ਰੀਤ ਬਣ ਗਿਆ, ਇਹਨੇ ਦੁਬਦਾ ਦੇ ਵਿੱਚ, ਦੁਰਮਤ ਦੀ ਅਗਨ ਦੇ ਵਿੱਚ, ਬੈਰ ਵਿਰੋਧ, ਹਉਮੈ ਹੰਕਾਰ ਦੇ ਵਿੱਚ ਇਹਨੇ ਸੜਦਾ ਹੀ ਰਹਿਣਾ, ਇਹਨੇ ਜਲਦਾ ਹੀ ਰਹਿਣਾ। ਹੁਣ ਮਾਰੇ ਫਿਰ ਦੱਸਦੇ ਵੀ ਜਿਹੜਾ ਮਨ ਪ੍ਰੀਤ ਬਣ ਗਿਆ, ਉਹਦੇ ਲੱਛਣ, ਉਹ ਦੂਸਰਿਆਂ ਦੇ ਨਾਲ ਵੈਰ ਕਰੇਗਾ, ਵਿਰੋਧ ਕਰੇਗਾ, ਉਹ ਈਰਖਾ ਕਰੇਗਾ, ਉਹ ਨਫ਼ਰਤ ਕਰੇਗਾ,
ਉਹ ਨਿੰਦਾ ਚੁਗਲੀ ਕਰੇਗਾ, ਉਹ ਹਉਮੈ ਹੰਕਾਰ ਦੇ ਵਿੱਚ ਬੋਲੇਗਾ। ਇਹ ਜਦੋਂ ਮਨ ਪ੍ਰੀਤ ਬਣਿਆ ਹੁੰਦਾ, ਇਹ ਪ੍ਰੀਤ ਮਨ ਦੇ ਲੱਛਣ, ਉਹਦੀਆਂ ਨਿਸ਼ਾਨੀਆਂ। ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਇਹਦੇ ਸਤਿਗੁਰੂ ਇਹ ਸਾਨੂੰ ਜਦੋਂ ਲੱਛਣ ਦੱਸਦੇ ਪ੍ਰੀਤ ਮਨ ਦੇ, ਅਤੇ ਅਸੀਂ ਆਪਦੇ ਅੰਦਰ ਝਾਤੀ ਮਾਰਦੇ ਹਾਂ ਵੀ ਸਾਡਾ ਵੀ ਮਨ ਕਿਤੇ ਪ੍ਰੀਤ ਤਾਂ ਨਹੀਂ ਬਣ ਗਿਆ। ਕਿਉਂਕਿ ਮਹਾਰਾਜ ਦੱਸਦੇ ਵੀ ਜਦੋਂ ਸਾਨੂੰ ਇਹ ਖੇਲ ਦੇ ਵਿੱਚ ਉਤਾਰਿਆ ਗਿਆ ਸੀ ਸਤਿਯੁਗ ਦੇ ਵਿੱਚ, ਉਦੋਂ ਸਾਡੇ ਮਨ ਨੂੰ ਪਰਮਹੰਸ ਕਿਹਾ ਜਾਂਦਾ ਸੀ। ਮਹਾਰਾਜ ਕਹਿੰਦੇ ਮਨ ਮੇਰਾ ਬੱਚਾ ਹੈ ਅਤੇ ਇਹ ਪਰਮਹੰਸ ਹੈ। ਸਤਿਯੁਗ ਬੀਤ ਗਿਆ, ਅਸੀਂ ਘਰੇ ਵਾਪਸ ਨਾ ਗਏ, ਅੱਗੇ ਤ੍ਰੇਤਾ ਆ ਗਿਆ। ਤ੍ਰੇਤੇ ਦੇ ਵਿੱਚ ਸਾਨੂੰ ਮਾਨਸ ਕਹਿਣ ਲੱਗੇ, ਉਹ ਵੀ ਬੀਤ ਗਿਆ, ਅਸੀਂ ਘਰੇ ਨਾ ਗਏ, ਦੁਆਪਰ ਆ ਗਿਆ, ਸਾਡੇ ਅੰਦਰ ਹਉਮੈ ਆ ਗਈ। ਜਦੋਂ ਹਉਮੈ ਆਈ, ਅਸੀਂ ਫੇਰ ਨਾ ਸੱਚ ਦੀ ਪਹਿਚਾਣ ਕੀਤੀ, ਫੇਰ ਨਾ ਆਪਦੇ ਆਪੇ ਦੀ ਪਹਿਚਾਣ ਕੀਤੀ, ਅਤੇ ਉਹ ਵੀ ਬੀਤ ਗਿਆ, ਅਤੇ ਹੁਣ ਕਲਯੁਗ ਆ ਗਿਆ, ਚੌਥਾ ਯੁੱਗ। ਕਾਲਯੁਗ ਦੇ ਵਿੱਚ ਆ ਕੇ ਇਸੇ ਮਨ ਨੇ ਪ੍ਰੀਤ ਰੂਪ ਧਾਰਨ ਕਰ ਲਿਆ। ਇਹ ਮਨ ਪ੍ਰੀਤ ਬਣ ਗਿਆ। ਪਹਿਲਾਂ ਪਰਮਹੰਸ ਸੀ, ਫਿਰ ਮਾਨਸ, ਅਤੇ ਫਿਰ ਪ੍ਰੀਤ ਬਣ ਗਿਆ। ਹੁਣ ਕਿਹੜੇ ਮਨ ਪ੍ਰੀਤ ਨੇ? ਮਾਰੇ ਫਿਰ ਨਿਸ਼ਾਨੀ ਦੱਸਦੇ ਵੀ ਕਲਯੁਗ ਦੇ ਵਿੱਚ ਉਹ ਮਨ ਪ੍ਰੀਤ ਨੇ ਜਿਨ੍ਹਾਂ ਨੇ ਰਾਮ ਦੀ, ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ। ਰਮਾਉਂਦੇ ਨੇ ਕਲ ਮੈਂ ਪ੍ਰੀਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੇ ਵਿਰਲੇ ਹਉਮੈ ਮਾਰੀ। ਬਈ ਸਤਿਯੁਗ 'ਚ ਪਰਮਹੰਸ ਸੀ, ਦੁਆਪਰ ਤ੍ਰੇਤੇ 'ਚ ਮਾਨਸ, ਪਰ ਵਿਰਲੇ ਕਿਸੇ ਨੇ ਹਉਮੈ ਮਾਰੀ, ਅਤੇ ਹਉਮੈ ਹੋਣ ਕਰਕੇ ਅਸੀਂ ਫੇਰ ਅੱਗੇ ਆ ਗਏ ਕਲਯੁਗ। ਹੁਣ ਕਲਯੁਗ 'ਚ ਮਹਾਰਾਜ ਕਹਿੰਦੇ ਉਹ ਮਨ ਪ੍ਰੀਤ ਨੇ ਜਿਹੜੇ ਮਾਲਕ ਦੇ ਸਨਮੁਖ ਨਹੀਂ ਹੋਏ, ਜਿਨ੍ਹਾਂ ਨੇ ਪਰਮਾਤਮਾ ਦੀ ਨਹੀਂ ਪਹਿਚਾਣ ਕੀਤੀ, ਉਹ ਮਨ ਪ੍ਰੀਤ ਨੇ। ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਅੰਦਰ ਦੇਖੋ। ਜਦੋਂ ਫਿਰ ਆਪਾਂ ਆਪਦੇ ਅੰਦਰ ਝਾਤੀ ਮਾਰਦੇ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਮਨ ਤਾਂ ਪ੍ਰੀਤ ਬਣਿਆ ਬੈਠੇ। ਬਈ ਜਿਹੜੇ ਸਤਿਗੁਰੂ ਸਾਨੂੰ ਲੱਛਣ ਦੱਸਦੇ ਪ੍ਰੀਤ ਮਨ ਦੇ, ਉਹ ਲੱਛਣ ਤਾਂ ਸਾਡੇ ਅੰਦਰ ਹੈਗੇ ਨੇ। ਜਿਵੇਂ ਆਪਾਂ ਹੁਣ ਦੇਖਦੇ ਵੀ ਆਹ ਹੁਣ ਚੱਲ ਰਿਹਾ ਕੋਵਿਡ ਮਹਾਂਮਾਰੀ, ਅਤੇ ਇਹਦੇ ਲੱਛਣ ਦੱਸੇ ਜਾਂਦੇ ਵੀ ਆਹ ਇਹਦੇ ਲੱਛਣ ਨਹੀਂ ਜੀ, ਤਾਂ ਕਿ ਜੀਵ ਨੂੰ ਪਤਾ ਲੱਗ ਜੇ। ਔਰ ਇਸੇ ਤਰ੍ਹਾਂ ਹੀ ਜਿਹੜਾ ਮਨ ਪ੍ਰੀਤ ਬਣ ਗਿਆ, ਸਤਿਗੁਰੂ ਉਹ ਪ੍ਰੀਤ ਮਨ ਦੇ ਲੱਛਣ ਦੱਸ ਵੀ ਉਹਦੇ ਆਹ ਲੱਛਣ ਨੇ, ਵੀ ਉਹਦੇ ਅੰਦਰ ਵੈਰ ਹੋਏਗਾ, ਵਿਰੋਧ ਹੋਏਗਾ। ਅਤੇ ਅਸੀਂ ਦੇਖਦੇ ਵੀ ਸਾਡੇ ਅੰਦਰ ਵੈਰ ਵਿਰੋਧ ਵੀ ਹੈ। ਜਿਹੜਾ ਮਨ ਪ੍ਰੀਤ ਬਣ ਗਿਆ ਉਹ ਨਿੰਦਿਆ ਚੁਗਲੀ ਕਰੇਗਾ, ਅਤੇ ਅਸੀਂ ਦੇਖਦੇ ਵੀ ਇਹ ਨਿੰਦਿਆ ਵੀ ਕਰਦਾ, ਉਹ ਹਉਮੈ ਹੰਕਾਰ ਦੇ ਵਿੱਚ ਹੋਏਗਾ, ਅਤੇ ਅਸੀਂ ਦੇਖਦੇ ਉਹ ਵੀ ਸਾਡੇ ਵਿੱਚ ਹੈ। ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਮਨ ਇਹ ਪ੍ਰੀਤ ਬਣਿਆ ਬੈਠਾ। ਅਤੇ ਫਿਰ ਸਾਨੂੰ ਸਤਿਗੁਰੂ ਕਹਿੰਦੇ ਵੀ ਜੇ ਪ੍ਰੀਤ ਬਣ ਵੀ ਗਈ ਹੈ, ਅਤੇ ਸਾਨੂੰ ਕਹਿੰਦੇ ਵੀ ਇਹ ਪ੍ਰੀਤ ਮਨ ਦਾ ਇਲਾਜ ਹੋ ਸਕਦਾ ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਈਏ, ਸਤ ਸੰਗਤ ਦੇ ਵਿੱਚ ਆਈਏ, ਅਤੇ ਮਨ ਪ੍ਰੀਤ ਜਿਹੜਾ ਬਣ ਵੀ ਚੁੱਕਿਆ ਹੈ, ਇਹਦਾ ਵੀ ਇਲਾਜ ਹੋ ਸਕਦਾ। ਪ੍ਰੀਤ ਮਨ ਵੀ ਇਹ ਗੁਰਮੁਖ ਬਣ ਸਕਦਾ, ਇਹ ਵੀ ਸੰਤ ਸਾਧੂ ਬਣ ਸਕਦਾ। ਜਿਵੇਂ ਆਪਾਂ ਦੇਖਦੇ ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦੇ ਵਿੱਚ ਆਏ, ਉਦਾਸੀਆਂ 'ਤੇ ਚੱਲੇ, ਅਤੇ ਉਹਨਾਂ ਨੇ ਜਿਹੜੇ ਮਨ ਪ੍ਰੀਤ ਬਣ ਚੁੱਕੇ ਸੀ, ਜਿਵੇਂ ਕੌਡਾ ਰਾਖਸ਼ ਹੋ ਗਿਆ, ਮਨ ਪਹਿਲਾਂ ਪ੍ਰੀਤ ਹੀ ਬਣਿਆ ਸੀ ਨਾ।
ਜਦੋਂ ਉਹਨੇ ਪਾਤਸ਼ਾਹ ਦਾ ਸੰਗ ਕੀਤਾ ਅਤੇ ਉਹ ਪ੍ਰੇਤ ਤੋਂ ਗੁਰਮੁਖ ਹੋ ਗਏ। ਅਤੇ ਜਦੋਂ ਗੁਰਮੁਖ ਹੋ ਗਏ, ਉਹੀਓ ਗੁਰੂ ਨਾਨਕ ਦੇਵ ਜੀ ਜੋ ਸਮਝਾਉਂਦੇ ਸੀ ਕਥਾ ਕਹਾਣੀ, ਉਹੀਓ ਕਥਾ ਕਹਾਣੀ ਉਹ ਕਰਨ ਲੱਗ ਗਏ। ਅੱਗੇ ਉਹ ਜੀਵਾਂ ਨੂੰ ਭੇਜ ਦੇਣ ਲੱਗ ਗਏ, ਕਿਉਂਕਿ ਉਹਨਾਂ ਜੀਵਾਂ ਦੀ ਫਿਰ ਜੀਵ ਸੁਣਦੇ ਵੀ ਜਦੋਂ ਉਹ ਦੇਖਦੇ ਵੀ ਪਹਿਲਾਂ ਇਹਨਾਂ ਦਾ ਜੀਵਨ ਜਿਹੜਾ ਉਹ ਕਿਹੋ ਜਿਹਾ ਸੀ, ਵੀ ਇਹਨਾਂ ਦੇ ਅੰਦਰ ਇੰਨੀ ਤਬਦੀਲੀ ਕਿਵੇਂ ਆ ਗਈ, ਇੰਨਾ ਬਦਲਾਅ ਕਿਵੇਂ ਆ ਗਈ। ਉਹ ਫਿਰ ਆਪਦਾ ਦੱਸਦੇ ਵੀ ਸਾਡੇ ਅੰਦਰ ਇਸ ਤਰ੍ਹਾਂ ਬਦਲਾਅ ਆਇਆ ਵੀ ਅਸੀਂ ਸੰਗਤ ਕੀਤੀ, ਅਸੀਂ ਸਿਮਰਨ ਕੀਤਾ, ਫਿਰ ਮਨ ਜਿਹੜਾ ਪ੍ਰੇਤ ਸੀ ਉਹ ਪ੍ਰੇਤ ਤੋਂ ਬਦਲਿਆ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਅੱਜ ਵੀ ਸਾਡੇ ਜਿਹੜੇ ਮਨ ਪ੍ਰੇਤ ਬਣੇ ਨੇ, ਉਹ ਪ੍ਰੇਤਾਂ ਤੋਂ ਸਾਨੂੰ ਮਾਨਸ ਅਤੇ ਮਾਨਸ ਤੋਂ ਦੇਵਤੇ ਅਤੇ ਦੇਵਤਿਆਂ ਤੋਂ ਸਾਨੂੰ ਪਰਮਹੰਸ ਬਣਾਉਂਦੇ। ਜਦੋਂ ਹੁਣ ਸਾਨੂੰ ਇਹ ਭੇਤ ਆਉਂਦਾ, ਸੋਝੀ ਆਉਂਦੀ, ਫਿਰ ਅਸੀਂ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਭੇਤ ਆਉਂਦਾ ਵੀ ਇਹ ਸਾਡਾ ਮਨ ਪ੍ਰੇਤ ਬਣਿਆ। ਨਹੀਂ ਤਾਂ ਆਪਾਂ ਕਿਸੇ ਨੂੰ ਆਖੀਏ ਨਾ ਵੀ ਤੂੰ ਪ੍ਰੇਤ ਹੈ, ਅਤੇ ਉਹ ਗੁੱਸਾ ਕਰੇਗਾ, ਕਿਉਂਕਿ ਉਹਨੂੰ ਸੋਝੀ ਨਹੀਂ। ਹੁਣ ਜੇ ਆਪਾਂ ਸਿੱਧਾ ਕਮਲੇ ਨੂੰ ਕਮਲਾ ਆਖੀਏ ਤਾਂ ਉਹ ਗੁੱਸਾ ਕਰੇਗਾ, ਮੈਨੂੰ ਕਮਲਾ ਕਹਿੰਦੇ ਨੇ। ਪਰ ਜਦੋਂ ਉਹੀਓ ਅਸੀਂ ਗੁਰਬਾਣੀ ਗੁਰੂ ਦੁਆਰਾ ਜਦੋਂ ਵਿਚਾਰ ਕਰਾਂਗੇ ਤਾਂ ਉਹ ਕਮਲਾ ਆਪੇ ਹੀ ਮੰਨ ਜਾਏਗਾ ਵੀ ਵਾਕਈ ਮੈਂ ਕਮਲਾ। ਜਿਵੇਂ ਹੁਣ ਗੁਰਬਾਣੀ ਗੁਰੂ ਵਿੱਚ ਮਹਾਰਾਜ ਜੀ ਨੇ ਸਾਨੂੰ ਕਿਹਾ ਵੀ ਇਹ ਮਨ ਪ੍ਰੀਤ ਦੀਆਂ ਨਿਸ਼ਾਨੀਆਂ ਲੱਛਣ। ਉਹ ਫਿਰ ਜਦੋਂ ਅਸੀਂ ਸੰਗਤ ਕਰਦੇ, ਸਿਮਰਨ ਕਰਦੇ ਅਤੇ ਅਸੀਂ ਆਪ ਹੀ ਮੰਨ ਲੈਂਦੇ ਹਾਂ ਬਾਕੀ ਸਾਡਾ ਮਨ ਪ੍ਰੀਤ ਵੀ ਇਹ ਵੈਰ ਵਿਰੋਧ 'ਚ ਪਿਆ ਹੋਇਆ, ਈਰਖਾ ਨਫ਼ਰਤ ਦੇ ਵਿੱਚ। ਫਿਰ ਸਾਨੂੰ ਸਮਝਾਉਂਦੇ ਵੀ ਗੁਰਬਾਣੀ ਗੁਰੂ ਸਾਡੇ ਪਸ਼ੂ ਹੋਏ ਮਨ ਨੂੰ, ਪ੍ਰੇਤ ਹੋਏ ਮਨ ਨੂੰ ਵੀ ਤਾਰ ਦਿੰਦੇ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਵੀ ਜੇ ਸਾਡਾ ਮਨ ਪਸ਼ੂ ਵੀ ਹੋ ਗਿਆ, ਪ੍ਰੇਤ ਮੁਗਧ ਵੀ ਹੋ ਗਿਆ, ਮੂਰਖ ਵੀ ਹੋ ਗਿਆ, ਅਤੇ ਇਹ ਵੀ ਤਰ ਸਕਦਾ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ। ਹੁਣ ਜਦੋਂ ਆਪਾਂ ਸੰਗਤ 'ਚ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ, ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਮਰਨ ਅਭਿਆਸ ਕਰੋ। ਨਾਲ ਨਾਲ ਆਪਾਂ ਸਿਮਰਨ ਕਰਦੇ ਹਾਂ ਅਤੇ ਨਾਲ ਨਾਲ ਆਪਾਂ ਨੂੰ ਗਿਆਨ ਦਿੰਦੇ ਸਤਿਗੁਰੂ। ਫਿਰ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਸਤ ਸੰਗਤ ਕਰਦੇ ਹਾਂ, ਸਾਡੇ ਅੰਦਰ ਇਹ ਸਤੋ ਗੁਣ ਆ ਜਾਂਦੇ। ਜਿਹੜਾ ਅਸੀਂ ਪਹਿਲਾਂ ਵੈਰ ਵਿਰੋਧ ਕਰਦੇ, ਈਰਖਾ ਨਫ਼ਰਤ ਕਰਦੇ, ਉਹੀਓ ਸਾਡੇ ਅੰਦਰ ਦਇਆ ਆ ਜਾਂਦੀ, ਨਰਮਤਾਈ ਆ ਜਾਂਦੀ, ਸਹਿਣਸ਼ੀਲਤਾ, ਸਬਰ, ਸੰਤੋਖ ਆ ਜਾਂਦਾ। ਜਦੋਂ ਅਸੀਂ ਸਤੋਗੁਣੀ ਹੋ ਜਾਂਦੇ ਉਦੋਂ ਕਹਿੰਦੇ ਵੀ ਇਹ ਮਾਨਸ ਨੇ, ਵੀ ਇਹਨਾਂ ਦੇ ਅੰਦਰ ਦਇਆ ਹੈ, ਇਹ ਮਾਨਸ ਹੈ ਮਨ। ਪਹਿਲਾਂ ਪ੍ਰੇਤ ਸੀ, ਪ੍ਰੇਤ ਤੋਂ ਮਾਨਸ ਬਣ ਗਿਆ। ਫਿਰ ਜਦੋਂ ਆਪਾਂ ਹੋਰ ਅਭਿਆਸ ਕਰਦੇ ਹਾਂ, ਸਾਡੇ ਅੰਦਰ ਜੋ ਅਨਹਦ ਬਾਣੀ ਹੈ ਇਹ ਪ੍ਰਗਟ ਹੋ ਜਾਂਦੀ, ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ। ਜਿੱਥੇ ਅਨਹਦ ਬਾਣੀ ਚੱਲਦੀ ਉਹਨੂੰ ਦੇਵਲੋਕ ਕਹਿੰਦੇ, ਸਵਰਗ, ਜਿੱਥੇ ਦੇਵੀ ਦੇਵਤਿਆਂ ਦਾ ਵਾਸ ਹੈ। ਮਾਰੇ ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ, ਤੇ ਵਾਜੇ ਸ਼ਬਦ ਅਨਾਹਦ ਬਾਣੀ, ਵੀ ਇਹ ਦੇਵਲੋਕ ਦੀ ਨਿਸ਼ਾਨੀ ਹੈ। ਜਿੱਥੇ ਅਨਹਦ ਬਾਣੀ ਚੱਲਦੀ, ਅਨਹਦ ਵਾਜੇ ਵੱਜਦੇ, ਉਹ ਦੇਵਲੋਕ। ਜਦੋਂ ਸਾਡੇ ਅੰਦਰ ਇਹ ਅਨਹਦ ਬਾਣੀ ਪ੍ਰਗਟ ਹੋ ਜਾਂਦੀ, ਸਾਡਾ ਮਨ ਉੱਥੇ ਆਸਣ ਲਾ ਲੈਂਦਾ, ਉਦੋਂ ਕਹਿੰਦੇ ਬਈ ਇਹ ਦੇਵਤਾ ਬਣ ਗਿਆ। ਪਹਿਲਾਂ ਪ੍ਰੇਤ ਸੀ, ਪ੍ਰੇਤ ਤੋਂ ਫਿਰ ਇਹ ਮਾਨਸ ਬਣੇ, ਅਤੇ ਮਾਨਸ ਤੋਂ ਫਿਰ ਇਹ ਦੇਵਤਾ ਹੋ ਗਏ। ਕਿਵੇਂ ਦੇਵਤਾ ਬਣਿਆ? ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਮੱਤ ਦੁਆਰਾ, ਸਿਮਰਨ ਅਭਿਆਸ ਕਰਕੇ।
ਮਾਰੇ ਕਹਿੰਦੇ ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਈ ਜਿਹੜੇ ਗੁਰਮੁਖ ਅਨਹਦ ਬਾਣੀ ਤੱਕ ਪਹੁੰਚ ਗਏ, ਜਿਹੜੇ ਸਿਮਰਨ ਕਰਦੇ ਉਹ ਦੇਵਤੇ ਨੇ। ਜਿਹੜੀਆਂ ਬੀਬੀਆਂ ਅਨਹਦ ਬਾਣੀ ਤੱਕ ਪਹੁੰਚ ਗਈਆਂ ਉਹ ਦੇਵੀਆਂ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਦੇ ਵਿੱਚ ਇਹ ਉਦਾਸੀਆਂ ਕਰ ਰਹੇ ਸੀ, ਪ੍ਰਚਾਰ ਕਰ ਰਹੇ ਸੀ, ਸੱਚ ਤੇ ਨਾਮ ਦਾ ਜੀਵਨ ਨੂੰ ਭੇਜ ਦੇ ਰਹੇ ਸੀ। ਉਹ ਉਦਾਸੀਆਂ ਕਰਕੇ ਜਦੋਂ ਕਰਤਾਰਪੁਰ ਵਾਪਸ ਆਏ ਤੇ ਉਦੋਂ ਖੇਤੀ ਕਰਦੇ ਸੀ ਉੱਥੇ। ਤੇ ਉਧਰੋਂ ਭਾਈ ਲਹਿਣਾ ਜੀ ਉਹ ਦੇਵੀ ਦੇ ਭਗਤ ਸੀ। ਜਿਵੇਂ ਦੇਵੀ ਦੇ ਚਾਲਿਆਂ 'ਤੇ ਲੈ ਕੇ ਜਾਂਦੇ, ਉਹ ਚੱਲਦੇ ਸੀ, ਅੱਗੇ ਚੱਲਦੇ ਸਭ ਤੋਂ। ਤੇ ਕੋਈ ਗੁਰਸਿੱਖ ਉਹਨਾਂ ਦੇ ਨਾਲ ਮਿਲਾਪ ਹੋਇਆ, ਵਿਚਾਰ ਹੋਈ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਹਦੀ ਸੰਗਤ ਕਰਦੇ ਹੋ? ਭਾਈ ਲਹਿਣਾ ਜੀ ਕਹਿੰਦੇ, ਉਹ ਕਹਿੰਦੇ ਵੀ ਅਸੀਂ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਸੰਗਤ ਕਰਦੇ। ਤੇ ਉਹਨਾਂ ਨੂੰ ਪੁੱਛਣ ਲੱਗੇ ਵੀ ਉਹ ਕਿੱਥੇ ਨੇ? ਉਹ ਕਹਿੰਦੇ ਵੀ ਉਹ ਕਰਤਾਰਪੁਰ ਰਹਿੰਦੇ। ਤੇ ਉਹ ਕਹਿੰਦੇ ਵੀ ਸਾਨੂੰ ਵੀ ਕਿਤੇ ਮਿਲਾ ਦਿਓ ਉਹਨਾਂ ਨੂੰ, ਸਾਨੂੰ ਵੀ ਸੰਗਤ ਕਰਾ ਦਿਓ। ਤੇ ਉਹ ਸਮਾਂ ਬਣਿਆ ਵੀ ਚਾਲਿਆਂ 'ਤੇ ਜਾ ਰਹੇ ਸੀ, ਤੇ ਰਸਤੇ ਵਿੱਚ ਉਹਦੇ ਵਿਚਾਰ ਬਣੀ ਵੀ ਚਲੋ ਉਹਨਾਂ ਨੂੰ ਵੀ ਮਿਲਦੇ ਚੱਲੀਏ। ਜਦੋਂ ਗੁਰੂ ਨਾਨਕ ਦੇਵ ਜੀ ਪਾਸ ਗਏ ਭਾਈ ਲਹਿਣਾ ਜੀ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਣ ਲੱਗੇ ਉਹਨਾਂ 'ਚ ਬਈ ਭਾਈ ਲਹਿਣਾ ਜੀ, ਜਦੋਂ ਤੁਸੀਂ ਦੇਵੀ ਦੇ ਜਾਂਦੇ ਹੋ, ਮਾਤਾ ਦੇ ਜਾਂਦੇ ਹੋ, ਉਹ ਦੇਵੀ ਤੁਹਾਨੂੰ ਕੀ ਉਪਦੇਸ਼ ਕਰਦੀ? ਅਤੇ ਫਿਰ ਤੁਸੀਂ ਉਹ ਉਪਦੇਸ਼ ਨੂੰ ਕਿਵੇਂ ਮੰਨਦੇ ਹੋ, ਕਿਵੇਂ ਕਮਾਉਂਦੇ ਹੋ? ਕੋਈ ਉਹਨਾਂ 'ਚੋਂ ਬਚਨ ਸੁਣਾਓ। ਅਤੇ ਉਹ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਉਹ ਤਾਂ ਸਾਨੂੰ ਕੋਈ ਉਪਦੇਸ਼ ਨਹੀਂ ਕਰਦੀ, ਉਹ ਤਾਂ ਪੱਥਰ ਦੀ ਮੂਰਤੀ। ਵੀ ਉਹ ਤਾਂ ਅਸੀਂ ਉੱਥੇ ਜਾਂਦੇ ਹਾਂ, ਉੱਥੇ ਅੱਗੇ ਭੇਟਾ ਗਾ ਕੇ ਅਤੇ ਅਸੀਂ ਵਾਪਸ ਮੁੜ ਆਉਂਦੇ ਹਾਂ। ਉਹ ਬੋਲਦੀ ਥੋੜ੍ਹੀ ਕੁਛ, ਉਹ ਸਾਨੂੰ ਉਪਦੇਸ਼ ਥੋੜ੍ਹੀ ਕੁਛ ਕਰਦੀ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਜੇ ਤੁਹਾਨੂੰ ਅਸਲੀ ਦੇਵੀ ਦੇਵਤਿਆਂ ਨੂੰ ਮਿਲਾਈਏ, ਵੀ ਜਿਹੜੇ ਉਪਦੇਸ਼ ਵੀ ਕਰਦੇ, ਜਿਹੜੇ ਬੋਲਦੇ ਵੀ, ਤਾਂ ਬੜੇ ਖੁਸ਼ ਹੋਏ ਵੀ ਹਾਂਜੀ ਮਿਲਾਓ। ਅਤੇ ਮਹਾਰਾਜ ਕਹਿੰਦੇ ਵੀ ਅੱਜ ਸਾਡੇ ਕੋਲ ਰੁਕੋ ਅਤੇ ਤੁਹਾਨੂੰ ਸਵੇਰੇ ਮਿਲਾਵਾਂਗੇ। ਫਿਰ ਸਵੇਰੇ ਸ਼ਾਮ ਕਥਾ ਹੁੰਦੀ, ਸੰਗਤ ਆਉਂਦੀ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਥਾ ਕਹਾਣੀ ਕਰਦੇ ਅਤੇ ਸਾਰੇ ਜੀਵ ਸੁਣਦੇ। ਅਤੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਗੁਰੂ ਘਰ ਸਵੇਰੇ ਸੰਗਤਾਂ ਆਉਂਦੀਆਂ, ਬੀਬੀਆਂ ਆਉਂਦੀਆਂ, ਗੁਰਮੁਖ ਆਉਂਦੇ, ਸੇਵਾ ਕਰਦੇ ਨੇ, ਇਸੇ ਤਰ੍ਹਾਂ ਹੀ ਸਾਜਰੇ ਗੁਰਮੁਖ ਆਉਂਦੇ, ਬੀਬੀਆਂ ਆਉਂਦੀਆਂ, ਝਾੜੂ ਕਰਦੀਆਂ, ਪਾਣੀ ਛਿੜਕਾ ਹੁੰਦਾ, ਫਿਰ ਵਿਛਾਈ ਹੁੰਦੀ ਅਤੇ ਫਿਰ ਸੰਗਤ ਹੁੰਦੀ ਉੱਥੇ। ਅਤੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਆਓ ਤੁਹਾਨੂੰ ਦਿਖਾਉਂਦੇ ਦੇਵੀ ਦੇਵਤੇ। ਅਤੇ ਜਦੋਂ ਉਹਨਾਂ ਨੂੰ ਆਖਣ ਲੱਗੇ ਵੀ ਆਓ ਦੇਖੋ, ਉਹ ਦੇਵੀਆਂ ਬੀਬੀਆਂ ਝਾੜੂ ਕਰ ਰਹੀਆਂ, ਅਸੀਂ ਨਾਲ ਸਿਮਰਨ ਕਰ ਰਹੇ। ਅਤੇ ਉਹ ਕਹਿੰਦੇ ਵੀ ਇਹ ਤਾਂ ਆਪਣੇ ਵਰਗੇ ਨੇ। ਉਹ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਬੀਬੀ ਸਤੋ ਗੁਣੀ, ਜਿਹਦੇ ਅੰਦਰ ਇਹ ਦਇਆ, ਨਰਮਤਾ, ਸਹਿਣਸ਼ੀਲਤਾ, ਸਬਰ, ਸੰਤੋਖ ਹੈ, ਜਿਹਦੇ ਅੰਦਰ ਅਨਹਦ ਬਾਣੀ ਪ੍ਰਗਟ ਹੈ, ਜਿਹੜੀ ਮਾਲਕ ਦਾ ਸਿਮਰਨ ਕਰਦੀ, ਉਹ ਦੇਵੀ ਹੈ। ਅਤੇ ਇਹ ਜਿਹੜੇ ਗੁਰਮੁਖ ਨੇ ਇਹ ਦੇਵਤੇ ਨੇ, ਇਹਨਾਂ ਦੇ ਅੰਦਰ ਅਨਹਦ ਬਾਣੀ ਪ੍ਰਗਟ। ਤੁਸੀਂ ਇਹਨਾਂ ਨਾਲ ਵਿਚਾਰ ਕਰੋ, ਤੁਹਾਨੂੰ ਉਪਦੇਸ਼ ਵੀ ਕਰਨਗੇ, ਦੱਸਣਗੇ ਵੀ ਕਿਵੇਂ ਅਨਹਦ ਬਾਣੀ ਤੱਕ ਪਹੁੰਚੇ, ਕਿਵੇਂ ਪਹਿਲਾਂ ਮਨ ਪ੍ਰੇਤ ਸੀ, ਪ੍ਰੇਤ ਤੋਂ ਕਿਵੇਂ ਮਾਨਸ ਬਣੇ, ਅਤੇ ਮਾਨਸ ਤੋਂ ਕਿਵੇਂ ਦੇਵਤੇ ਬਣੇ, ਇਹ ਸਾਰਾ ਦੱਸਣਗੇ। ਇਹ ਉਹਨਾਂ ਨੂੰ ਸਮਝ ਲੱਗ ਗਈ।
ਜਦੋਂ ਸੰਗਤਾਂ ਨੇ ਜਾਣਾ ਸੀ ਤੇ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਭਾਈ ਲਹਿਣਾ ਜੀ ਮੁੜਦੇ ਹੋਏ ਫੇਰ ਦਰਸ਼ਨ ਦੇ ਜੀ। ਤੇ ਉਹ ਕਹਿੰਦੇ ਜੀ ਹੁਣ ਕਿੱਥੇ ਜਾਣਾ, ਵੀ ਹੁਣ ਤਾਂ ਤੁਹਾਡੇ ਕੋਲ ਹੀ ਰਵਾਂਗੇ, ਤੁਸੀਂ ਸਾਰਾ ਹੀ ਭੇਦ ਦਾ ਕੁਛ ਸਮਝਾਓ। ਸੰਗਤ ਸੀ ਜਿਹੜੀ ਫਿਰ ਉਹਨਾਂ ਦੇ ਨਾਲ ਭਾਈ ਲਹਿਣਾ ਜੀ ਦੇ, ਉਹਨਾਂ ਨੂੰ ਉਹਨਾਂ ਨੇ ਅੱਗੇ ਭੇਜ ਦਿੱਤਾ ਤੇ ਆਪ ਉੱਥੇ ਹੀ ਰੁਕ ਗਏ। ਫਿਰ ਉਹਨਾਂ ਨੇ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕੀਤੀ, ਫਿਰ ਸਿਮਰਨ ਕਰਨਾ ਸ਼ੁਰੂ ਕੀਤਾ। ਫਿਰ ਜਿਉਂਦੇ ਜੀ ਮਰਨਾ ਸਿੱਖੀ, ਜੋ ਮਹਾਰਾਜ ਸਮਝਾ ਰਹੀ ਸੀ ਵੀ ਸ਼ਬਦ ਦੁਆਰਾ ਮਰਨਾ। ਉਹਨਾਂ ਨੇ ਇੰਨੀ ਅਵਸਥਾ ਬਣਾ ਲਈ ਵੀ ਅੱਖ ਦੇ ਫੁਲਕਾਰੇ ਦੇ ਨਾਲ ਹੀ ਇਹ ਦੇਹ ਤੋਂ ਵਧੇ ਹੋ ਜਾਂਦੇ, ਸਰੀਰ ਨੂੰ ਛੱਡ ਜਾਂਦੇ ਸੀ। ਜਿਹਨੂੰ ਮਹਾਰਾਜ ਕਹਿੰਦੇ ਜੀਵਤ ਮਰੇ ਮਰੇ ਫਨ ਜੀਵੇ ਐਸੇ ਸੁਨ ਸਮਾਇਆ, ਬਈ ਅੱਖ ਦੇ ਫੁਲਕਾਰੇ ਦੇ ਨਾਲ ਹੀ ਉਹ ਸੁਨ 'ਚ ਸਮਾ ਜਾਂਦੇ ਤੇ ਜਦੋਂ ਇੱਛਾ ਹੁੰਦੀ ਇੱਧਰ ਦੇਹ ਦੇ ਵਿੱਚ ਆ ਜਾਂਦੀ। ਉਹਨਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ। ਉਧਰੋਂ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੇ ਦੇਖਿਆ ਵੀ ਹੁਣ ਸਾਡਾ ਸਮਾਂ ਆ ਗਿਆ, ਸਰੀਰ ਨੂੰ ਛੱਡ ਕੇ ਸੱਚ ਦੇ ਵਿੱਚ ਸਦਾ ਵਾਸਤੇ ਲੀਨ ਹੋਣਾ, ਦੇਹ ਨੂੰ ਛੱਡਣਾ ਹੈ। ਹੋਰ ਵੀ ਬਹੁਤ ਗੁਰਮੁਖ ਅਭਿਆਸ ਕਰਦੇ ਸੀ, ਸਿਮਰਨ ਕਰਦੇ ਸੀ। ਉਹਨਾਂ ਨੇ ਫਿਰ ਜੋ ਸ਼ਰਤ ਰੱਖੀ ਗੁਰੂ ਨਾਨਕ ਪਾਤਸ਼ਾਹ ਨੇ, ਵੀ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਦੇਹ ਤੋਂ ਵਧੇ ਹੋ ਕੇ ਸੁੰਨ ਮੰਡਲ 'ਚ ਮਿਲੇਗਾ, ਜਿਵੇਂ ਹੁਣ ਰਾਤ ਨੂੰ ਆਪਾਂ ਇਹ ਦੇਹ ਛੱਡ ਕੇ ਜਾਂਦੇ ਹਾਂ, ਜਿੱਥੇ ਆਪਾਂ ਜਾ ਕੇ ਸੁਪਨਾ ਦੇਖਦੇ ਹਾਂ, ਉਹ ਸਾਡਾ ਘਰ ਹੈ। ਆਪਾਂ ਤਾਂ ਅਚਨਚੇਤ ਜਾਗਦੇ ਹਾਂ, ਜਾ ਕੇ ਸੁਪਨਾ ਦੇਖਣਾ ਸ਼ੁਰੂ ਕਰ ਦਿੰਦੇ। ਗੁਰਮੁਖ ਸੁਪਨਾ ਨਹੀਂ ਦੇਖਦੇ, ਉਹ ਆਪਦੀ ਮਰਜ਼ੀ ਨਾਲ ਚੱਲਦੇ। ਗੁਰੂ ਨਾਨਕ ਪਾਤਸ਼ਾਹ ਨੇ ਸ਼ਰਤ ਇਹ ਰੱਖੀ ਵੀ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਦੇਹ ਤੋਂ ਵਧੇ ਹੋ ਕੇ ਉਹ ਸੁੰਨ ਮੰਡਲ 'ਚ ਮਿਲੇਗਾ, ਉਹਨੂੰ ਇਹ ਫਿਰ ਜਿਹੜਾ ਖਜ਼ਾਨਾ ਅੱਗੇ ਦਿਵਾਇਆ ਜਾਏਗਾ ਮਾਲਕ ਤੋਂ, ਤੇ ਫਿਰ ਇਹ ਅੱਗੇ ਗਾਂ ਸੱਚ ਤੇ ਨਾਮ ਦਾ ਉਹ ਗੁਰਮੁਖ ਭੇਤ ਦੇਣਗੇ। ਇਹ ਨਹੀਂ ਸੀ ਵੀ ਜਿਵੇਂ ਆਪਾਂ ਸੰਸਾਰ 'ਚ ਸੁਣਦੇ ਹਾਂ, ਕਈਆਂ ਜੀਵਾਂ ਨੇ ਮਨ ਘੜਤ ਕਹਾਣੀਆਂ ਬਣਾ ਲਈ, ਕਿਉਂਕਿ ਪਰਖ ਸਰੀਰ ਦੀ ਨਹੀਂ ਹੋਣੀ, ਪਰਖ ਤਾਂ ਮਨ ਦੀ ਹੁੰਦੀ। ਜਿਵੇਂ ਕਈ ਜੀਵਾਂ ਨੇ ਬੜੀਆਂ ਮਨ ਘੜਤ ਕਹਾਣੀਆਂ ਬਣਾਈਆਂ, ਬਈ ਉਹਨਾਂ ਨੇ ਜੀ ਜਾ ਰਹੇ ਸੀ ਕਿਤੇ ਤੇ ਉਹਨਾਂ ਕੋਲ ਹੱਥ ਦੇ ਵਿੱਚ ਉਹ ਲੋਟਾ ਸੀ ਤੇ ਉਹਨਾਂ ਨੇ ਉਹ ਗੰਦੇ ਨਾਲੇ 'ਚ ਸੁੱਟ ਦਿੱਤਾ। ਤੇ ਉਹ ਆਪਦੇ ਪੁੱਤਰਾਂ ਨੂੰ ਕਹਿਣ ਲੱਗੇ ਵੀ ਲੈ ਕੇ ਆਓ ਕੱਢ ਕੇ, ਤੇ ਉਹ ਕਹਿੰਦੇ ਸਾਡੇ ਕੱਪੜੇ ਗੰਦੇ ਹੋ ਜਾਣਗੇ। ਭਾਈ ਲਹਿਣਾ ਜੀ ਨੂੰ ਆਖਿਆ, ਉਹ ਵੜ ਗਏ ਜੀ। ਇਹ ਮਨ ਘੜਤ ਕਹਾਣੀਆਂ ਨੇ, ਇੱਦਾਂ ਦੀ ਪਰਖ ਨਹੀਂ ਹੁੰਦੀ। ਗੁਰੂ ਕੋਈ ਇਹ ਪਰਖ ਨਹੀਂ ਲੈਂਦਾ ਵੀ ਗੰਦੇ ਨਾਲੇ 'ਚ ਵੜ। ਜਾਂ ਸਾਖੀਆਂ ਬਣਾ ਲਈਆਂ ਵੀ ਗੁਰੂ ਨਾਨਕ ਦੇਵ ਜੀ ਨੇ ਬਕਰਾਰ ਰੂਪ ਧਾਰਨ ਕਰ ਲਿਆ ਜੀ, ਉਹ ਇੱਟਾਂ ਮਾਰਨ ਲੱਗ ਗਏ। ਦੱਸੋ ਵੀ ਸਤਿਗੁਰੂ ਤੇ ਅਸੀਂ ਕਿਸ ਤਰੀਕੇ ਨਾਲ ਉਹਨੂੰ ਬਿਆਨ ਕਰਦੇ ਹਾਂ ਵੀ ਉਹ ਇੱਟਾਂ ਮਾਰੇ, ਵੀ ਉਹ ਕੋਈ ਕਮਲੇ ਥੋੜ੍ਹੀ ਨਹੀਂ, ਬਈ ਉਹ ਵੀ ਸਾਖੀਆਂ ਬਣਾ ਲਈਆਂ ਮਨ ਘੜਤ, ਵੀ ਉਹ ਇੱਟਾਂ ਮਾਰਨ ਲੱਗ ਗਏ ਜੀ। ਅਤੇ ਉਹ ਸਾਰੇ ਮਗਰ ਮੁੜ ਗਏ ਜੀ, ਵੀ ਇਹ ਤਾਂ ਕਮਲੇ ਹੋ ਗਏ। ਅਤੇ ਉਹ ਭਾਈ ਲਹਿਣਾ ਜੀ ਪਿੱਛੇ ਚਲੇ ਗਏ ਉਹਨਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਅਤੇ ਉਹ ਅੱਗੇ ਗਏ ਅਤੇ ਅੱਗੇ ਕਹਿੰਦੇ ਮੁਰਦਾ ਪਿਆ ਸੀ ਜੀ, ਉਹਦੇ ਉੱਤੇ ਕੱਪੜਾ ਪਾਇਆ ਹੋਇਆ। ਅਤੇ ਉਹ ਭਾਈ ਲਹਿਣਾ ਜੀ ਨੂੰ ਕਹਿੰਦੇ ਖਾਓ ਇਹਨੂੰ। ਅਤੇ ਉਹ ਕਹਿੰਦੇ ਕਿੱਧਰੋਂ ਖਾਵਾਂ ਜੀ, ਸਿਰ ਵਾਲੀਆਂ ਖਾਵਾਂ ਕਿ ਪੈਰਾਂ ਵਾਲੀਆਂ ਖਾਵਾਂ। ਅਤੇ ਉਹ ਜਦੋਂ ਕੱਪੜਾ ਚੁੱਕੇ ਉਹ ਕੜਾਹ ਪ੍ਰਸ਼ਾਦ ਬਣ ਗਏ। ਲੈ ਦੱਸੋ, ਉਹ ਇੱਦਾਂ ਦੀਆਂ ਮਨ ਘੜਤ ਕਹਾਣੀਆਂ ਜੀਵਾਂ ਨੇ ਬਣਾਈਆਂ ਹੋਈਆਂ, ਬਈ ਜਿਨ੍ਹਾਂ ਦਾ ਗੁਰਬਾਣੀ ਗੁਰੂ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਇੱਦਾਂ ਦੀਆਂ ਕਹਾਣੀਆਂ ਨੇ, ਗੁਰੂ ਕੋਈ ਇੱਦਾਂ ਦੀ ਪਰਖ ਨਹੀਂ ਲੈਂਦਾ। ਉਹਨੇ ਸਰੀਰ ਦੀ ਥੋੜ੍ਹੀ ਪਰਖ ਲੈਣੀ, ਪਰਖ ਤਾਂ ਮਨ ਦੀ ਹੋਣੀ, ਕਿਉਂਕਿ ਮਨ ਨੂੰ ਇਹ ਭੰਡਾਰਾ ਦਿੱਤਾ ਜਾਣਾ ਅੱਗੇ। ਮਨ ਦੀ ਅਵਸਥਾ ਹੈ, ਗੁਰਮੁਖ ਮਨ ਨੇ ਬਣਨਾ ਹੈ, ਸਰੀਰ ਨੇ ਥੋੜ੍ਹੀ ਬਣਨਾ। ਇਸ ਕਰਕੇ ਜਿਹੜੀਆਂ ਮਨ ਘੜਤ ਕਹਾਣੀਆਂ ਬਣਾਈਆਂ ਹੋਈਆਂ, ਇਹ ਨਹੀਂ ਹੈ ਗੁਰਬਾਣੀ ਗੁਰੂ 'ਚ ਦੱਸਿਆ ਆਪਾਂ ਨੂੰ ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਦਿੱਤੀ, ਉਹ ਕਿਸ ਅਵਸਥਾ 'ਚ ਦਿੱਤੀ ਹੈ, ਕਿਵੇਂ ਦਿੱਤੀ ਹੈ ਉਹਨਾਂ ਨੂੰ, ਕਿਵੇਂ ਗੁਰੂ ਬਣਾਇਆ ਉਹਨਾਂ ਨੂੰ, ਉਸ ਅਵਸਥਾ 'ਚ ਲੈ ਕੇ ਗਏ।
ਸੋ ਇਹ ਤਾਂ ਹੈ ਮਨ ਘੜਤ ਕਹਾਣੀਆਂ ਜਿਹੜੀਆਂ ਜੀਵਾਂ ਨੇ ਬਣਾਈਆਂ ਹੋਈਆਂ। ਅਤੇ ਜੋ ਗੁਰਬਾਣੀ ਗੁਰੂ 'ਚ ਦੱਸਿਆ ਆਪਾਂ ਨੂੰ ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੱਚ 'ਚ ਸਮਾਉਣਾ ਸੀ, ਉਹਨਾਂ ਨੇ ਸ਼ਰਤ ਇਹ ਰੱਖੀ ਵੀ ਜਿਹੜਾ ਸਾਨੂੰ ਦੇਹ ਤੋਂ ਵਧੇਹ ਹੋ ਕੇ ਮਿਲੇਗਾ ਉੱਥੇ, ਵੀ ਉਹਨੂੰ ਇਹ ਖਜ਼ਾਨਾ ਜਿਹੜਾ ਅੱਗੇ ਦਵਾਇਆ ਜਾਏਗਾ ਅਕਾਲ ਪੁਰਖ ਪਰਮੇਸ਼ਰ 'ਚ। ਭਾਈ ਲਹਿਣਾ ਜੀ ਸਭ ਤੋਂ ਪਹਿਲਾਂ ਦੇਹ ਤੋਂ ਵਧੇਹ ਹੋ ਕੇ ਇਹ ਸੁੰਨ ਮੰਡਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਅਤੇ ਕਿਸ ਅਵਸਥਾ 'ਚ ਮਿਲੇ ਉਹ ਫਿਰ ਸਾਨੂੰ ਗੁਰਬਾਣੀ ਗੁਰੂ 'ਚ ਆਪ ਗੁਰੂ ਅੰਗਦ ਦੇਵ ਜੀ, ਜੋ ਭਾਈ ਲਹਿਣਾ ਤੋਂ ਬਾਅਦ 'ਚੋਂ ਗੁਰੂ ਅੰਗਦ ਦੇਵ ਜੀ ਬਣੇ, ਫਿਰ ਉਹ ਦੱਸਦੇ ਆਪਾਂ। ਉਹ ਕਹਿੰਦੇ ਜਿਹੜੀਆਂ ਅੱਖਾਂ ਸੀ ਅਸੀਂ ਇਹਨਾਂ ਅੱਖਾਂ ਨੂੰ ਛੱਡ ਦਿੱਤਾ, ਇਹਨਾਂ ਅੱਖਾਂ ਤੋਂ ਬਿਨਾਂ ਦੇਖਣਾ, ਕਿਉਂਕਿ ਉਹ ਅੱਖਾਂ ਨਹੀਂ ਹੈ, ਮਨ ਦੀਆਂ ਅੱਖਾਂ ਹੋਰ ਨੇ। ਇਹ ਜਦੋਂ ਅੱਖਾਂ ਛੱਡ ਦਿੱਤੀਆਂ, ਇਹ ਕੰਨ ਛੱਡ ਦਿੱਤੇ, ਇਹ ਰਸਨਾ ਛੱਡ ਦਿੱਤੀ, ਇਹ ਹੱਥ ਛੱਡ ਦਿੱਤੇ, ਪੈਰ ਛੱਡ ਦਿੱਤੇ, ਇਹਨਾਂ ਤੋਂ ਬਿਨਾਂ ਚੱਲੇ, ਦੇਹ ਤੋਂ ਵਧੇਹ ਹੋ ਕੇ ਇੱਥੇ ਸੂਖਮ ਚੱਲਦਾ, ਮਨ ਚੱਲਦਾ ਅਕਾਲੀ ਖਲਾ ਦੇ ਵਿੱਚ, ਜਿਹਨੂੰ ਮਾਰੇ ਕਹਿੰਦੇ ਅੱਖੀਂ ਵਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭਾ ਵਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਵੀ ਇਸ ਤਰ੍ਹਾਂ ਫਿਰ ਉਹਨਾਂ ਨੇ ਜਦੋਂ ਇਸ ਸਰੀਰ ਨੂੰ ਛੱਡ ਦਿੱਤਾ, ਇਹ ਅੱਖਾਂ ਵੀ ਛੱਡ ਦਿੱਤੀਆਂ, ਇਹ ਕੰਨ ਵੀ ਛੱਡ ਦਿੱਤੇ, ਰਸਨਾ ਵੀ ਛੱਡ ਦਿੱਤੀ, ਇਹ ਹੱਥ ਪੈਰ ਵੀ ਛੱਡ ਦਿੱਤੇ, ਇਹਨੂੰ ਛੱਡ ਕੇ ਅਕਾਲੀ ਖਲਾ 'ਚੋਂ ਦੇਹ ਤੋਂ ਵਧੇਹ ਹੋ ਕੇ ਚੱਲੇ। ਜਦੋਂ ਉੱਥੇ ਸੁੰਨ ਮੰਡਲ 'ਚ ਗਏ ਅਤੇ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਉੱਥੇ ਮੌਜੂਦ ਨੇ। ਅਤੇ ਜਦੋਂ ਭਾਈ ਲਹਿਣਾ ਜੀ ਉੱਥੇ ਪਹੁੰਚੇ, ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਹੁਤ ਖੁਸ਼। ਫਿਰ ਮਹਾਰਾਜ ਨੇ ਆਖਿਆ ਵੀ ਤੁਸੀਂ ਅੱਜ ਤੋਂ ਸਾਡਾ ਅੰਗ ਹੋ। ਉੱਥੇ ਫਿਰ ਉਹਨਾਂ ਦਾ ਨਾਂ ਪਹਿਲਾਂ ਭਾਈ ਲਹਿਣਾ ਸੀ, ਫਿਰ ਉਹਨਾਂ ਦਾ ਅੰਗਤ ਪਿਆ। ਅਤੇ ਮਹਾਰਾਜ ਨੇ ਫਿਰ ਮਾਲਕ ਦੇ ਗੁਰੂ ਨਾਨਕ ਪਾਤਸ਼ਾਹ ਨੇ ਸਨਮੁਖ ਹੋ ਕੇ ਫਿਰ ਇਹ ਜਿਹੜਾ ਭੰਡਾਰਾ ਸੀ ਉਹਨਾਂ ਨੂੰ ਨਾਮ ਦਾ ਖਜ਼ਾਨਾ ਫਿਰ ਉਹਨਾਂ ਨੂੰ ਦਿਵਾਇਆ, ਜਿਹਨੂੰ ਮਹਾਰਾਜ ਕਹਿੰਦੇ ਗੁਰ ਅੰਗਤ ਦਿਓ ਨਿਧਾਨ ਅਕਥ ਕਥਾ ਗਿਆਨ। ਵੀ ਗੁਰੂ ਅੰਗਦ ਦੇਵ ਜੀ ਨੂੰ ਉਹ ਨਿਧਾਨ ਕਹਿੰਦੇ ਖਜ਼ਾਨਾ ਨਾਮ, ਉਹ ਮਾਲਕ ਤੋਂ ਦਿਵਾਇਆ ਵੀ ਇਹ ਹੁਣ ਹੱਕਦਾਰ ਨੇ ਜੀ, ਵੀ ਇਹਨਾਂ ਨੂੰ ਦਿਓ ਤਾਂ ਕਿ ਅੱਗੇ ਸੰਸਾਰ ਦੇ ਵਿੱਚ ਇਹ ਜੀਵਾਂ ਨੂੰ ਗਾਂਹ ਭੇਤ ਦੇਣਗੇ। ਫਿਰ ਉਹਨਾਂ ਨੇ ਸਾਨੂੰ ਅੱਗੇ ਭੇਜ ਦੇਣਾ ਸ਼ੁਰੂ ਕੀਤਾ। ਇਸ ਤਰ੍ਹਾਂ ਫਿਰ ਉਹਨਾਂ ਨੂੰ ਗੁਰਤਾ ਗੱਦੀ ਮਿਲੀ। ਅਤੇ ਕਿਵੇਂ ਮਿਲੀ ਉਹ ਫਿਰ ਆਪਾਂ ਨੂੰ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਦੇਹ ਤੋਂ ਵਧੇਹ ਹੋਣਾ ਸਿੱਖਿਆ। ਇਸੇ ਤਰ੍ਹਾਂ ਹੀ ਹੁਣ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਤੁਸੀਂ ਵੀ ਇਹ ਦੇਹ ਤੋਂ ਵਧੇਹ ਹੋਣਾ ਸਿੱਖੋ। ਤੁਸੀਂ ਵੀ ਆਪਦੇ ਘਰ ਦੇ ਵਿੱਚ ਆਉਣ ਜਾਣ ਬਣਾਓ, ਜਿਉਂਦੇ ਜੀ ਮਰਨਾ ਸਿੱਖੋ। ਜੇ ਅਸੀਂ ਸਿੱਖ ਲਾਂਗੇ ਇਹ ਦੇਹ ਨੂੰ ਛੱਡ ਕੇ ਅਸੀਂ ਆਪਦੇ ਘਰ ਚਲੇ ਜਾਵਾਂਗੇ। ਅਤੇ ਜੇ ਅਸੀਂ ਨਾ ਸਿੱਖਿਆ ਸਾਨੂੰ ਇਹ ਘਰ ਨੂੰ ਖਾਲੀ ਕਰਨਾ ਪੈਣਾ ਇੱਕ ਦਿਨ, ਕਿਉਂਕਿ ਸਾਡੇ ਕੋਲ ਸਮਾਂ ਹੈ ਜਿਹੜਾ ਉਹ ਸੀਮਤ ਹੈ, ਮਿਥਿਆ ਹੋਇਆ। ਸਦਾ ਆਪਾਂ ਇਸ ਸਰੀਰ ਦੇ ਵਿੱਚ ਰਹਿ ਨਹੀਂ ਸਕਦੇ, ਕਿਉਂਕਿ ਸਦਾ ਲਈ ਨਹੀਂ ਮਿਲਿਆ ਸਾਨੂੰ, ਕੁਝ ਸਮੇਂ ਵਾਸਤੇ। ਇਹ ਸਾਨੂੰ ਇੱਕ ਦਿਨ ਸਦਾ ਵਾਸਤੇ ਖਾਲੀ ਕਰਨਾ ਪੈਣਾ। ਖਾਲੀ ਤਾਂ ਆਪਾਂ ਰੋਜ਼ ਕਰ ਜਾਂਦੇ, ਜਿਵੇਂ ਰਾਤ ਨੂੰ ਸੌਂ ਜਾਂਦੇ ਇਹਨੂੰ ਖਾਲੀ ਕਰ ਜਾਂਦੇ, ਇੱਕ ਦਿਨ ਸਦਾ ਵਾਸਤੇ ਖਾਲੀ ਕਰ ਜਾਣਾ, ਫਿਰ ਮੁੜ ਕੇ ਆਉਣਾ ਨਹੀਂ ਅਸੀਂ ਇਹਦੇ ਵਿੱਚ। ਹੁਣ ਮਹਾਰਾਜ ਕਹਿੰਦੇ ਵੀ ਇੱਦਾਂ ਦੇ ਘਰ ਸਾਨੂੰ ਅੱਗੇ ਵੀ ਮਿਲਦੇ ਰਹੇ। ਪਤਾ ਨਹੀਂ ਕਿੰਨੀ ਕੁ ਵਾਰ ਕੌਣ ਸਾਡੇ ਮਾਂ ਪਿਓ ਬਣੇ, ਅਸੀਂ ਕਿਹਨਾਂ ਦੇ ਬੱਚੇ ਬਣੇ, ਕਿਉਂਕਿ ਸਤਿਯੁਗ ਤੋਂ ਚੱਲਦਾ ਆ ਰਿਹਾ, 4 ਯੁੱਗ ਹੋ ਗਏ। ਦੇਖੋ ਆਪਾਂ ਤਾਂ ਹੁਣ ਕਰਦੇ ਹਾਂ ਨਾ ਗੱਲਾਂ, ਆਪਣੀ ਜਿੰਨੀ ਕੁ ਉਮਰ 50 ਸਾਲ, ਕਿਸੇ ਦੀ 60 ਸਾਲ 40 ਸਾਲ, ਅਤੇ ਆਪਣੀ ਕੋਈ ਨਹੀਂ, 4 ਯੁੱਗ ਹੋ ਗਏ ਚੱਲਿਆ। 4 ਯੁੱਗਾਂ ਦੇ ਵਿੱਚ ਦੇਖੋ ਵੀ ਕੌਣ ਕੌਣ ਆਪਣੇ ਮਾਂ ਪਿਓ ਬਣੇ ਹੋਣਗੇ, ਕਿੰਨੇ ਸਾਡੇ ਬੱਚੇ ਬਣੇ ਹੋਣਗੇ, ਅਸੀਂ ਕਿੰਨਿਆਂ ਦੇ ਬੱਚੇ ਬਣੇ ਹੋਵਾਂਗੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਸਾਨੂੰ ਪਤਾ ਹੀ ਨਹੀਂ ਵੀ ਕਿੰਨਾ ਕੁ ਸਮਾਂ ਸਾਨੂੰ ਹੋ ਗਿਆ ਇਹ ਗਾਂਹ ਦੀ ਗਾਂਹ ਤੁਰੇ ਆਉਂਦੇ ਨੇ ਘਰਾਂ ਦੇ ਵਿੱਚ। ਇਸ ਲਈ ਮਹਾਰਾਜ ਕਹਿੰਦੇ
ਬਈ ਇਹ ਹੁਣ ਆਪਾਂ ਨੂੰ ਜਿਹੜਾ ਸਮਾਂ ਮੌਕਾ ਮਿਲਿਆ, ਹੁਣ ਸਾਨੂੰ ਇਹ ਸਤਿਗੁਰੂ ਸਮਝਾ ਰਹੇ, ਭੇਜਦੇ ਰਹੇ ਬਈ ਹੁਣ ਤੁਸੀਂ ਇਹ ਸੋਝੀ ਲੈ ਕੇ, ਭੇਦ ਲੈ ਕੇ ਹੁਣ ਤੁਸੀਂ ਆਪਦੇ ਘਰ ਦੇ ਵਿੱਚ ਵਾਸਾ ਕਰ ਲਓ। ਬਈ ਇਹ ਜਿਹੜਾ ਘਰ ਮਿਲਿਆ ਇਹ ਸਦਾ ਵਾਸਤੇ ਨਹੀਂ ਹੈ, ਇਹ ਸਾਨੂੰ ਛੱਡਣਾ ਪੈਣਾ। ਇਸ ਲਈ ਆਪਾਂ ਹੁਣ ਕਿੰਨੇ ਆਕਾਰਾਂ ਦੇ ਵਿੱਚੋਂ ਹੁੰਦੇ ਆ ਰਹੇ ਹਾਂ, ਗਾਂਹ ਦੀ ਗਾਂਹ ਤੁਰੇ ਆ ਰਹੇ ਹਾਂ, ਜਨਮ ਦਰ ਜਨਮ। ਅਤੇ ਹੁਣ ਆਪਾਂ ਨੂੰ ਆਹ ਘਰ ਮਿਲ ਗਿਆ ਅਤੇ ਕੁਝ ਸਮੇਂ ਵਾਸਤੇ ਫਿਰ ਜਦੋਂ ਸਮਾਂ ਖਤਮ ਹੋ ਗਿਆ ਵੀ ਸਾਨੂੰ ਖਾਲੀ ਕਰਨਾ ਪੈਣਾ। ਹੁਣ ਇਹਦੇ ਵਿੱਚ ਰਹਿੰਦੇ ਆਪਾਂ ਆਪਦੇ ਅਸਲ ਘਰ ਦੀ ਪਹਿਚਾਣ ਕਰਨੀ ਹੈ, ਜਿਹਨੂੰ ਸੁੰਨ ਮੰਡਲ ਕਹਿੰਦੇ, ਨਿਰਭਉ ਨਗਰ ਕਹਿੰਦੇ, ਅਵਚਲ ਨਗਰ ਕਹਿੰਦੇ, ਬੇਗਮਪੁਰਾ ਸ਼ਹਿਰ ਕਹਿੰਦੇ। ਬੇਗਮ ਹੁੰਦਾ ਵੀ ਜਿੱਥੇ ਕੋਈ ਗਮ ਨਹੀਂ, ਗਮਾਂ ਤੋਂ ਰਹਿਤ। ਅਤੇ ਇੱਧਰ ਆਪਾਂ ਦੇਖਦੇ ਕਿੰਨੇ ਗਮ ਨੇ, ਕਿੰਨੇ ਸਹਿੰਸੇ ਨੇ, ਕਿੰਨੇ ਫਿਕਰ ਨੇ, ਕਿੰਨੀਆਂ ਚਿੰਤਾਵਾਂ ਨੇ, ਕਿੰਨੇ ਦੁੱਖ ਨੇ। ਅਤੇ ਜਿਹੜਾ ਆਪਣਾ ਦੇਸ਼ ਜਿੱਥੇ ਦੇ ਆਪਾਂ ਵਾਸੀ, ਉਹਨੂੰ ਕਹਿੰਦੇ ਬੇਗਮ, ਬੇਗਮਪੁਰਾ ਸ਼ਹਿਰ। ਭਗਤਾਂ ਨੇ ਆਖਿਆ ਵੀ ਸਾਡਾ ਜਿਹੜਾ ਸ਼ਹਿਰ ਜਿੱਥੇ ਦੇ ਅਸੀਂ ਵਾਸੀ ਹਾਂ ਉਹ ਬੇਗਮਪੁਰਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਵੀ ਸਾਡਾ ਜਿਹੜਾ ਸ਼ਹਿਰ ਉੱਥੇ ਕੋਈ ਗਮ ਨਹੀਂ, ਉੱਥੇ ਕੋਈ ਚਿੰਤਾ ਨਹੀਂ, ਉੱਥੇ ਕੋਈ ਫਿਕਰ ਨਹੀਂ। ਜੇ ਤੁਸੀਂ ਵੀ ਇਹਨਾਂ ਚਿੰਤਾਵਾਂ ਫਿਕਰਾਂ ਤੋਂ, ਇਹਨਾਂ ਗਮਾਂ ਤੋਂ ਰਹਿਤ ਹੋਣਾ ਚਾਹੁੰਦੇ ਤਾਂ ਤੁਸੀਂ ਘਰ ਆਵੋ, ਤੁਸੀਂ ਆਪਦੇ ਦੇਸ਼ ਆਵੋ। ਜਿਹੜਾ ਉਹ ਬੇਗਮਪੁਰੇ 'ਚ ਵੱਸਦਾ ਉਹਨੂੰ ਕਹਿੰਦੇ ਉਹ ਸਾਡਾ ਮਿੱਤਰ ਹੈ, ਉਹ ਸਾਡਾ ਮੀਤ ਹੈ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਪਰ ਉਹ ਸ਼ਹਿਰ ਦੇ ਵਿੱਚ ਇੰਨੀ ਆਬਾਦੀ ਨਹੀਂ ਹੈ, ਉੱਥੇ ਬਹੁਤ ਵਿਰਲੇ ਵਿਰਲੇ ਨੇ ਗੁਰਮੁਖ ਜਿਹੜੇ ਵੱਸਦੇ ਉੱਥੇ, ਨਹੀਂ ਤਾਂ ਜ਼ਿਆਦਾ ਜੀਵ ਇੱਥੇ ਮਾਇਆ ਦੇ ਵਿੱਚ ਹੀ ਵੱਸਦੇ। ਤ੍ਰੈ ਭਵਨ ਜਿਹਨੂੰ ਤਰਲੋਕੀ ਕਹਿੰਦੇ, ਉਹਦੇ 'ਚ ਹੀ ਵੱਸਦੇ। ਉੱਥੇ ਥੋੜ੍ਹੇ ਜਾਂਦੇ ਵਿਰਲੇ ਵਿਰਲੇ ਗੁਰਮੁਖ, ਕੋਈ ਕੋਈ। ਭਾਈਆਂ ਮਹਾਰਾਜ ਕਹਿੰਦੇ ਜੱਗ ਮੇ ਉੱਤਮ ਕਾਢੀਏ ਵਿਰਲੇ ਕੀ, ਉਹ ਵਿਰਲੇ ਵਿਰਲੇ ਨੇ, ਥੋੜ੍ਹੇ। ਅਤੇ ਆਪਾਂ ਨੂੰ ਫਿਰ ਸਮਝਾਉਂਦੇ ਬਈ ਉਹ ਹੈ ਤਾਂ ਗੁਰਮੁਖ ਵਿਰਲੇ, ਕੋਈ ਕਰੋੜਾਂ 'ਚੋਂ। ਪਰ ਜੇ ਸਾਨੂੰ ਉਹ ਕਰੋੜਾਂ 'ਚੋਂ ਇੱਕ ਵਿਰਲਾ ਗੁਰਮੁਖ ਮਿਲ ਜਾਵੇ ਅਤੇ ਉਹਦਾ ਸੰਗ ਕਰਕੇ ਅਸੀਂ ਕਰੋੜਾਂ ਅੱਗੇ ਤਰ ਸਕਦੇ ਹਾਂ, ਇੱਕ ਦਾ ਹੀ ਗੁਰਮੁਖ ਦਾ ਸੰਗ ਕਰਕੇ। ਕਿਉਂਕਿ ਇਹ ਵਡਿਆਈ ਮਾਲਕ ਨੇ ਗੁਰਮੁਖਾਂ ਨੂੰ ਦਿੱਤੀ। ਇਹ ਨਾਮ ਦੀ ਵਡਿਆਈ ਹੈ, ਨਾਮ ਦੀ ਮਹਿਮਾ ਹੈ। ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਮਾਲਕ ਨੂੰ ਧਿਆਇਆ, ਸੱਚ ਦੀ ਅਰਾਧਨਾ ਕੀਤੀ, ਹੈ ਤਾਂ ਥੋੜ੍ਹੇ ਨੇ, ਪਰ ਉਹਨਾਂ ਦੀ ਬਰਕਤ ਗਾਂ ਸੰਖ ਕਰੋੜਾਂ ਖਾਂਦੇ, ਉਹਨਾਂ ਦੀ ਘਾਲਣਾ ਕਮਾਈ ਕੀਤੀ ਹੋਈ। ਮਹਾਰਾਜ ਕਹਿੰਦੇ ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜ੍ਹੇ, ਜੋ ਇੱਕ ਮਨ ਚਿੱਤ ਅਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਬਈ ਉਹਨਾਂ ਦੀ ਬਰਕਤ, ਉਹਨਾਂ ਦੀ ਕਮਾਈ, ਉਹਨਾਂ ਦੀ ਘਾਲਣਾ ਗੁਰਮੁਖਾਂ ਦੀ ਵੀ ਅਸੰਖਾਂ ਕਰੋੜਾਂ ਜੀਵ ਅੱਗੇ ਛਕਦੇ, ਖਾਂਦੇ, ਕਿਉਂਕਿ ਉਹ ਤਰ ਜਾਂਦੇ ਅੱਗੇ ਗਾਂ ਉਹਨਾਂ ਦਾ ਸੰਗ ਕਰਕੇ। ਜਿਵੇਂ ਇੱਕ ਦੀਵਾ ਜਗਦਾ ਹੈ, ਉਹ ਜਗਦਾ ਹੋਇਆ ਅੱਗੇ ਜਿੰਨਾ ਮਰਜ਼ੀ ਉਹਨਾਂ ਗਾਂ ਦੀ ਗਾਂ ਜਗਾਈ ਚੱਲੋ। ਜਿਹੜਾ ਆਪ ਹੀ ਬੁਝਿਆ ਉਹ ਅੱਗੇ ਜਗਾ ਨਹੀਂ ਸਕਦਾ, ਜਿਹੜਾ ਜਗਦਾ ਹੈ ਉਹ ਅੱਗੇ ਗਾਂ ਦੀ ਗਾਂ ਜਗਾ ਸਕਦਾ। ਅਤੇ ਇਸੇ ਤਰ੍ਹਾਂ ਹੀ ਜੇ ਸਾਨੂੰ ਇੱਕ ਵੀ ਗੁਰਮੁਖ ਮਿਲ ਜੇ ਅਤੇ ਉਹਦਾ ਸੰਗ ਕਰਕੇ ਅਸੀਂ ਗਾਂ ਦੀ ਗਾਂ ਫਿਰ ਤਰ ਸਕਦੇ ਹਾਂ, ਅੱਗੇ ਦੀ ਅੱਗੇ। ਜਿਨ੍ਹਾਂ ਨੇ ਉਹਦਾ ਸੰਗ ਕੀਤਾ ਗੁਰਮੁਖ ਦਾ, ਫਿਰ ਗਾਂ ਜਿਹੜੇ ਉਹਨਾਂ ਦਾ ਸੰਗ ਕਰਦੇ, ਉਹ ਗਾਂ ਦੀ ਗਾਂ ਫਿਰ ਇੱਕ ਲਹਿਰ ਚੱਲ ਪੈਂਦੀ। ਜਿਵੇਂ ਮਹਾਰਾਜ ਦੱਸਦੇ ਵੀ ਇਹ ਗਿਆਨ ਦੀ ਆਂਧੀ ਆਉਂਦੀ, ਜਿਵੇਂ ਆਪਾਂ ਦੇਖਦੇ ਹਾਂ ਹਨੇਰੀਆਂ ਚੱਲਦੀਆਂ, ਉਹ ਸਾਰਾ ਕੁਛ ਹੀ ਉਡਾ ਕੇ ਲੈ ਜਾਂਦੀ। ਇਸੇ ਤਰ੍ਹਾਂ ਹੀ ਇਹਨੂੰ ਕਹਿੰਦੇ ਗਿਆਨ ਦੀ ਆਂਧੀ ਜਦੋਂ ਆਉਂਦੀ, ਇਹ ਸਾਡਾ ਜਿਹੜਾ ਭਰਮ ਭੁਰਮ ਉਡਾ ਕੇ ਲੈ ਜਾਂਦੀ। ਮਹਾਰਾਜ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਵੇ ਅਡਾਨੀ ਭਰਮ ਕੀ ਟਾਟੀ ਰਹੇ ਨ ਮਾਇਆ ਬਾਂਧੀ।
ਦੋਈ ਚਿਤੇ ਕੀ ਦੋਈ ਥੂਨ ਗਰਾਨੀ ਮੋਹ ਬਲੇਡਾ ਟੂਟਾ। ਬਈ ਜਿਹੜੀ ਇਹ ਛੰਨ ਬਣੀ ਹੋਈ ਸੀ ਤ੍ਰਿਸ਼ਨਾ ਦੀ, ਮੋਹ ਦਾ ਬਲੇਡਾ ਸੀ, ਉਹ ਵੀ ਟੁੱਟ ਗਿਆ। ਜਿਹੜੀਆਂ ਥੰਮੀਆਂ ਸੀ, ਥੰਮਾਂ ਵੀ ਟੁੱਟ ਗਈਆਂ। ਸਾਰਾ ਕੁਝ ਜਦੋਂ ਗਿਆਨ ਆਇਆ ਤਾਂ ਸਾਰਾ ਕੁਝ ਹੀ ਬਹਾ ਕੇ ਲੈ ਗਿਆ। ਅਤੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਹਨੇਰੀ ਚੱਲਦੀ ਉਹ ਉਡਾ ਕੇ ਲੈ ਜਾਂਦੀ, ਅਤੇ ਫਿਰ ਉਹ ਤੋਂ ਬਾਅਦ 'ਚੋਂ ਵਰਖਾ ਹੁੰਦੀ। ਗਿਆਨ ਤੋਂ ਬਾਅਦ ਫਿਰ ਅੰਮ੍ਰਿਤ ਦੀ ਵਰਖਾ ਹੁੰਦੀ, ਅਤੇ ਫਿਰ ਵਰਖਾ ਤੋਂ ਬਾਅਦ ਫਿਰ ਉਹ ਸੂਰਜ ਚੜ੍ਹਦਾ, ਫਿਰ ਪ੍ਰਕਾਸ਼ ਹੋ ਜਾਂਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਆਂਧੀ ਪਾਛੇ ਜੋ ਜਲ ਵਰਖੇ ਤਹਿ ਤੇਰਾ ਜਨ ਭੀਨਾ। ਕਹੋ ਕਬੀਰ ਮਨ ਭਇਆ ਪਰਗਾਸਾ ਉਹਦੇ ਭਾਨ ਜਬ ਚੀਨਾ। ਵੀ ਪਹਿਲਾਂ ਗਿਆਨ ਦੀ ਹਨੇਰੀ ਆਈ, ਜਿਹੜੀ ਅਗਿਆਨਤਾ ਨੂੰ ਲੈ ਗਈ ਉਡਾ ਕੇ, ਅਤੇ ਫਿਰ ਉਹਦੇ ਬਾਅਦ 'ਚੋਂ ਵਰਖਾ ਹੋਈ, ਅਤੇ ਫਿਰ ਸੂਰਜ ਚੜ੍ਹ ਗਿਆ, ਪ੍ਰਕਾਸ਼ ਹੋ ਗਿਆ। ਇਹ ਸਾਰੀ ਅਵਸਥਾ ਸਾਡੇ ਮਨ ਦੀ ਦੱਸਦੇ ਨੇ ਸਤਿਗੁਰੂ। ਬਈ ਇਸ ਤਰ੍ਹਾਂ ਪਹਿਲਾਂ ਸਾਡਾ ਮਨ ਅਗਿਆਨਤਾ ਦੇ ਵਿੱਚ, ਭਰਮ ਦੇ ਵਿੱਚ ਜਿਹੜਾ ਪ੍ਰੇਤ ਬਣਿਆ, ਫਿਰ ਪ੍ਰੇਤ ਤੋਂ ਹੀ ਇਹਨੇ ਮਾਨਸ ਬਣਨਾ, ਅਤੇ ਮਾਨਸ ਤੋਂ ਇਹਨੇ ਦੇਵਤਾ ਬਣਨਾ, ਅਤੇ ਫਿਰ ਦੇਵਤੇ ਤੋਂ ਇਹਨੇ ਪਰਮਹੰਸ ਬਣਨਾ। ਪਰਮਹੰਸ ਕਹਿੰਦੇ ਗੁਰਮੁਖ ਨੂੰ, ਵੀ ਇਹ ਪਰਮਹੰਸ ਹੈ। ਜਿਵੇਂ ਹੰਸ ਇੱਕ ਜੀਵ ਹੈ, ਵੀ ਉਹ ਪਾਣੀ ਅਤੇ ਦੁੱਧ ਨੂੰ ਅੱਡੋ ਅੱਡ ਕਰ ਦਿੰਦਾ। ਦੁੱਧ 'ਚ ਪਾਣੀ ਪਾਈਏ ਆਪਾਂ, ਉਹ ਵੱਖ ਕਰ ਦਿੰਦਾ। ਦੁੱਧ ਪੀ ਲੇਗਾ, ਪਾਣੀ ਛੱਡ ਦੇਗਾ। ਉਹਦੇ ਕੋਲ ਇਕੱਲਾ ਹੈ, ਜੁਗਤੀ ਗੌਰ ਹੈ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ, ਉਹ ਫਿਰ ਇਸ ਦੇਹੀ ਦੇ ਵਿੱਚੋਂ ਹਉਮੈ ਨੂੰ ਕੱਢ ਕੇ ਪਾਸੇ ਰੱਖਦੇ। ਮਹਾਰਾਜ ਕਹਿੰਦੇ ਜਿਉਂ ਜਲ ਦੁੱਧ ਭਿੰਨ ਭਿੰਨ ਕਾਢੇ ਚੁਣ ਹੰਸਲਾ। ਤਿਉਂ ਇਸ ਦੇਹੀ 'ਤੇ ਚੁਣ ਕਾਢੇ ਸਾਧੂ ਹਉਮੈ ਤਾਤ। ਬਈ ਜਿਵੇਂ ਉਹ ਹੰਸ ਪਾਣੀ ਅਤੇ ਦੁੱਧ ਨੂੰ ਅਲੱਗ ਕਰ ਦਿੰਦਾ, ਇਸੇ ਤਰ੍ਹਾਂ ਹੀ ਗੁਰਮੁਖ ਸੰਤ ਸਾਧੂ ਜਨ ਹਉਮੈ ਨੂੰ ਕੱਢ ਕੇ ਪਾਸੇ ਰੱਖ ਦਿੰਦੇ, ਹਉਮੈ ਤੋਂ ਰਹਿਤ ਕਰ ਦਿੰਦੇ। ਅਤੇ ਹਉਮੈ ਦਾ ਹੀ ਸਾਡੇ 'ਤੇ ਮਾਲਕ ਦੇ ਵਿੱਚ ਪੜਦਾ ਹੈ। ਹਉ ਹਉ ਭੀਤ ਭਇਓ ਹੈ ਬੀਚੋ ਸੁਣਤ ਦੇਸ ਨਿਕਟਾਇਓ। ਭਾਵੀਰੀ ਕੇ ਪਾਤ ਪਰ ਦੋ ਬੈਣ ਪੇਖੇ ਦੂਰ ਆਇਓ। ਬਈ ਹਉਮੈ ਦਾ ਸਾਡੇ 'ਤੇ ਮਾਲਕ ਦੇ ਵਿੱਚ ਪੜਦਾ ਪਿਆ ਹੋਇਆ, ਤਾਂ ਕਰਕੇ ਸਾਨੂੰ ਲੱਗਦਾ ਵੀ ਪਰਮਾਤਮਾ ਦੂਰ ਹੈ ਸਾਥੋਂ। ਉਹ ਪੜਦਾ ਹੈ ਵਿੱਚ ਹਉਮੈ ਦਾ, ਅਤੇ ਉਹ ਪੜਦਾ ਕਿੰਨਾ ਬਰੀਕ। ਮਹਾਰਾਜ ਕਹਿੰਦੇ ਵੀ ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ ਭੰਬੀਰੀਆਂ ਹੁੰਦੀਆਂ, ਜਿਵੇਂ ਤਿਤਲੀ ਉਹਦੇ ਫਰ, ਉਦੋਂ ਵੀ ਬਰੀਕ ਪੜਦਾ ਸਾਡੇ 'ਤੇ ਮਾਲਕ ਦੇ ਵਿੱਚ ਪਿਆ ਹੋਇਆ। ਵੀ ਉਹ ਇੰਨਾ ਨੇੜੇ ਆ ਸਾਡੇ, ਇਹ ਨਹੀਂ ਵੀ ਉਹ ਦੂਰ ਹੈ। ਉਹ ਕਿੰਨਾ ਕੁ ਪੜਦਾ ਹੁੰਦਾ, ਬਹੁਤ ਬਰੀਕ ਪੜਦਾ। ਉਹਨਾਂ 'ਤੇ ਸਾਡੇ ਮਾਲਕ 'ਚ ਵਿੱਥ ਹੈ। ਉਹ ਵੀ ਵਿੱਥ ਕਾਹਦੀ ਆ? ਹਉਮੈ ਦੀ। ਹਉਮੈ ਹੋਣ ਕਰਕੇ ਉਹ ਵਿੱਥ ਹੈ। ਜਦੋਂ ਹਉਮੈ ਨਿਕਲ ਗਈ, ਉਹ ਵਿੱਥ ਵੀ ਖਤਮ ਹੋ ਗਈ, ਇੱਕ ਹੋ ਗਈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਹਉਮੈ ਕਰਕੇ ਹੀ ਅਸੀਂ ਵਾਰ-ਵਾਰ ਅੱਗੇ ਦੀ ਅੱਗੇ ਤੁਰੇ ਜਾਂਦੇ ਹਾਂ। ਹਉਮੈ ਇਹੀ ਬੰਧਨਾ ਫਿਰ ਜੂਨੀ ਪਾਈ। ਵੀ ਹਉਮੈ ਕਰਕੇ ਵਾਰ-ਵਾਰ ਜੂਨਾਂ 'ਚ ਆਉਣਾ ਜਾਣਾ ਬਣਿਆ ਹੋਇਆ। ਅਤੇ ਜੇ ਹੁਣ ਅਸੀਂ ਹੁਕਮ ਨੂੰ ਬੁੱਝ ਲੈਂਦੇ ਹਾਂ, ਹੁਕਮ ਦੇ ਦਾਇਰੇ ਵਿੱਚ ਆ ਜਾਂਦੇ ਹਾਂ, ਗੁਰੂ ਦੀ ਮੱਤ ਲੈ ਲੈਂਦੇ ਹਾਂ, ਅਤੇ ਸਾਡਾ ਮਨ ਹਉਮੈ ਤੋਂ ਰਹਿਤ ਹੋ ਜਾਂਦਾ। ਪਾਈਓ ਜਦੋਂ ਫਿਰ ਸਾਨੂੰ ਇਹ ਭੇਤ ਆਉਂਦਾ ਨਾ ਵੀ ਸਾਡੇ 'ਤੇ ਵਿੱਚ ਪੜਦਾ ਕਾਹਦਾ? ਹਉਮੈ ਦਾ। ਫਿਰ ਆਪਾਂ ਬੇਨਤੀਆਂ ਕਰਦੇ ਵੀ ਕੋਈ ਐਸਾ ਗੁਰਮੁਖ ਸਾਨੂੰ ਮਿਲ ਜੇ, ਕੋਈ ਸੰਤ ਮਿਲ ਜੇ, ਜਿਹੜਾ ਆਪ ਸਹਿਜ ਵਿੱਚ ਹੋਵੇ, ਜਿਹੜਾ ਆਪ ਮਾਲਕ ਦੇ ਸਨਮੁਖ ਹੋਵੇ, ਅਤੇ ਉਹ ਸਾਡਾ ਵੀ ਇਹ ਪੜਦਾ ਹਉਮੈ ਦਾ ਪਾਸੇ ਕਰ ਦੇਵੇ, ਸਾਨੂੰ ਵੀ ਮਿਲਾ ਦੇਵੇ। ਮਹਾਰਾਜ ਕਹਿੰਦੇ ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ। ਅੰਤਰ ਲੱਖ ਨ ਜਾਈ, ਲਖਿਆ ਵਿੱਚ ਪੜਦਾ ਹਉਮੈ ਪਾਈ। ਬਈ ਸਾਡੇ 'ਤੇ ਮਾਲਕ 'ਚ ਪੜਦਾ ਕਾਹਦਾ? ਹਉਮੈ ਦਾ। ਅਤੇ ਇਹ ਪੜਦਾ ਵੀ ਪਾਸੇ ਹੋ ਜਾਵੇ, ਅਤੇ ਸਾਡਾ ਮਿਲਾਪ ਹੋ ਜਾਵੇ। ਹੁਣ ਇਸ ਵਾਸਤੇ ਫਿਰ ਇਹ ਹਉਮੈ ਨੂੰ ਮਿਟਾਉਣ ਲਈ ਸਾਨੂੰ ਇਹ ਸਿਮਰਨ ਕਰਨਾ ਪੈਂਦਾ, ਅਤੇ ਗੁਰੂ ਦੀ ਮੱਤ ਲੈਣੀ ਪੈਂਦੀ, ਗਿਆਨ ਲੈਣਾ ਪੈਂਦਾ।
ਇਹ ਸਾਰੀ ਗੁਰਬਾਣੀ ਬ੍ਰਹਮ ਦਾ ਗਿਆਨ, ਜਦੋਂ ਇਹ ਆਪਾਂ ਨੂੰ ਬ੍ਰਹਮ ਦਾ ਗਿਆਨ ਦਿੰਦੇ ਮਹਾਰਾਜ, ਸਮਝਾਉਂਦੇ ਆਪਾਂ ਨੂੰ ਵੀ ਸਾਰਾ ਇਹ ਬ੍ਰਹਮ ਤੋਂ ਪਸਾਰਾ ਹੋਇਆ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਵੀ ਸਾਰਾ ਕੁਝ ਪਰਮਾਤਮਾ ਤੋਂ ਹੀ ਪੈਦਾ ਹੋਇਆ। ਜਿਵੇਂ ਪਰਮਾਤਮਾ ਬੋਲੇ, ਨਾਮ ਪੈਦਾ ਹੋਇਆ, ਨਾਮ ਦੇ ਨਾਲ ਹੀ ਇਹ ਪੌਣ ਪੈਦਾ ਹੋਈ। ਪੌਣ ਤੋਂ ਅੱਗੇ ਇਹ ਪਾਣੀ ਅਤੇ ਅਗਨ ਪ੍ਰਗਟ ਹੋਏ, ਅਤੇ ਫਿਰ ਇਹ ਧਰਤੀ ਬਣੀ, ਆਕਾਸ਼ ਬਣਿਆ, ਫਿਰ ਇਹ ਸਰੀਰ ਬਣਿਆ ਪੰਜਾਂ ਤੱਤਾਂ ਦਾ। ਫਿਰ ਇਹ ਜਿਹੜਾ ਮਨ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਵੀ ਇਹ ਮਨ ਤਿਆਰ ਕੀਤੇ ਉਹ ਸੂਖਮ ਪੰਜਾਂ ਤੱਤਾਂ ਤੋਂ। ਫਿਰ ਇਹ ਪਿੰਡ ਬਣਾ ਕੇ ਅਤੇ ਇੱਕ ਸੂਖਮ ਪਰਿਵਾਰ ਬਣਾ ਕੇ ਫਿਰ ਇਹਦੇ ਵਿੱਚ ਵਸਾ ਦਿੱਤਾ। ਜਿਵੇਂ ਆਪਾਂ ਨੂੰ ਸਮਝਾਇਆ ਵੀ ਇਹਦੇ 'ਚ ਆਤਮਾ ਹੈ, ਮਨ ਹੈ, ਧਰਮ ਰਾਏ ਹੈ, ਚਿੱਤਰਗੁਪਤ ਨੇ, ਇਹਦੇ ਤ੍ਰੈ ਗੁਣ ਹੈ, ਮਾਇਆ ਹੈ, ਇਹ ਕਾਮ ਕ੍ਰੋਧ ਲੋਭ ਹੰਕਾਰ ਨੇ। ਇਹ ਇੱਕ ਪਰਿਵਾਰ ਹੈ ਸਾਡਾ ਸਾਰਾ, ਇਹ ਸਰੀਰ ਦੇ ਵਿੱਚ ਵੱਸਦਾ ਹੈ। ਹੁਣ ਜਦੋਂ ਆਪਾਂ ਨੂੰ ਇਹ ਸਾਰਾ ਬ੍ਰਹਮ ਦਾ ਗਿਆਨ ਦਿੰਦੇ ਹੋਏ, ਸਾਰੇ ਪਰਿਵਾਰ ਦਾ ਭੇਦ ਦਿੰਦੇ ਹੋਏ, ਫਿਰ ਆਪਾਂ ਨੂੰ ਪੁੱਛਦੇ ਵੀ ਤੁਸੀਂ ਹੁਣ ਇਹ ਦੱਸੋ ਵੀ ਤੁਹਾਡੇ ਵਿੱਚ ਤੁਹਾਡਾ ਆਪਣਾ ਕੀ ਹੈ। ਵੀ ਤੁਸੀਂ ਇਹ ਸਰੀਰ ਬਣਾਇਆ ਹੋਵੇ, ਕਿਸੇ ਨੇ ਪੌਣ ਬਣਾਈ ਹੋਵੇ, ਆਪਾਂ ਕਹਿੰਦੇ ਪੌਣ ਵੀ ਨਹੀਂ ਅਸੀਂ ਬਣਾਈ। ਪਾਣੀ ਬਣਾਇਆ ਹੋਵੇ, ਉਹ ਵੀ ਨਹੀਂ ਬਣਾਏ। ਅਗਨ ਉਹ ਵੀ ਨਹੀਂ, ਧਰਤੀ ਆਕਾਸ਼ ਉਹ ਵੀ ਨਹੀਂ ਅਸੀਂ ਬਣਾਏ। ਇਹ ਜਿਹੜਾ ਪਰਿਵਾਰ ਦਾ ਮੈਂਬਰ, ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਮੈਂਬਰ ਨੂੰ ਬਣਾਇਆ ਹੋਵੇ, ਤੁਸੀਂ ਆਤਮਾ, ਧਰਮ ਰਾਏ, ਚਿੱਤਰਗੁਪਤ, ਇਹ ਤ੍ਰੈ ਗੁਣਾਂ ਨੂੰ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਬਣਾਏ ਹੋਣ, ਅਤੇ ਇਹ ਵੀ ਨਹੀਂ ਆਪਾਂ ਕਿਸੇ ਨੇ ਬਣਾਇਆ ਕੁਛ ਇਹਨਾਂ 'ਚ। ਇਹ ਮਹਾਰਾਜ ਕਹਿੰਦੇ ਵੀ ਤੁਸੀਂ ਹਉਮੈ ਕਾਹਦੀ ਕਰਦੇ ਫਿਰ, ਵੀ ਜਦੋਂ ਤੁਸੀਂ ਕੋਈ ਤੱਤਵ ਨਹੀਂ ਬਣਾਏ, ਤੁਸੀਂ ਇਹ ਪਰਿਵਾਰ ਦੇ ਵਿੱਚੋਂ ਇਹ ਪਰਿਵਾਰ ਦਾ ਮੈਂਬਰ ਨਹੀਂ ਕੋਈ ਬਣਾਇਆ, ਅਤੇ ਫਿਰ ਤੁਹਾਨੂੰ ਹਉਮੈ ਕਾਹਦੀ, ਹੰਕਾਰ ਕਾਹਦਾ। ਉਹ ਤਾਂ ਹੁੰਦਾ ਨਾ ਵੀ ਜੇ ਅਸੀਂ ਕੁਛ ਬਣਾਇਆ ਹੋਵੇ। ਜਦੋਂ ਫਿਰ ਇਸ ਅਵਸਥਾ 'ਚ ਆਪਾਂ ਨੂੰ ਸਾਰਾ ਗਿਆਨ ਦਿੰਦੇ ਹੋਏ ਸਾਨੂੰ ਨਾਲ ਨਾਲ ਸਮਝਾਈ ਜਾਂਦੇ, ਅਤੇ ਫਿਰ ਸਾਡੇ ਮਨ ਨੂੰ ਜਦੋਂ ਸੋਝੀ ਆਉਂਦੀ, ਫਿਰ ਮਹਾਰਾਜ ਕਹਿੰਦੇ ਵੀ ਹੁਣ ਵਿਚਾਰ ਕੇ ਦੱਸੋ ਵੀ ਤੁਹਾਡੇ ਵਿੱਚ ਤੁਹਾਡਾ ਆਪਣਾ ਕੀ ਹੈ। ਅਤੇ ਜਦੋਂ ਆਪਾਂ ਸਹਿਜ 'ਚ ਦੇਖਦੇ, ਵਿਚਾਰਦੇ, ਫਿਰ ਅਸੀਂ ਵੀ ਸਾਡੇ ਵਿੱਚ ਤਾਂ ਸਾਡਾ ਕੁਛ ਵੀ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਵੀ ਜੇ ਤੁਹਾਡਾ ਨਹੀਂ ਤਾਂ ਫਿਰ ਕਿਹਦਾ ਹੈ। ਇਹ ਆਪਾਂ ਕਹਿੰਦੇ ਵਾਹਿਗੁਰੂ ਦਾ, ਵੀ ਜਿਹਨੇ ਸਾਰਾ ਕੁਛ ਬਣਾਇਆ ਉਹਦਾ ਹੀ ਹੈ, ਫਿਰ ਹੋਰ ਤਾਂ ਕਿਹਦਾ ਹੋਣਾ। ਇਸ ਅਵਸਥਾ 'ਚ ਫਿਰ ਜਦੋਂ ਆਪਾਂ ਨੂੰ ਗਿਆਨ ਦਿੰਦੇ ਹੋਏ ਫਿਰ ਇੰਨਾ ਮਨ ਸਹਿਜ ਵਿੱਚ ਚਲਾ ਜਾਂਦਾ, ਫਿਰ ਇਸ ਅਵਸਥਾ 'ਚ ਭਗਤਾਂ ਨੇ ਜਾ ਕੇ ਆਖੀ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਵੀ ਸਾਡਾ ਤਾਂ ਸਾਡੇ ਵਿੱਚ ਕੁਛ ਹੈ ਹੀ ਨਹੀਂ, ਅਸੀਂ ਤਾਂ ਐਵੇਂ ਹਉਮੈ ਹੰਕਾਰ ਕਰੀ ਜਾਂਦੇ ਸੀ। ਅਤੇ ਜਦੋਂ ਅਸੀਂ ਉਹਨੂੰ ਸੌਂਪ ਦਿੱਤਾ, ਅਤੇ ਜਿਹਦਾ ਸੀਗਾ ਮਾਲਕ ਦਾ, ਅਤੇ ਉਹਨੂੰ ਜਦੋਂ ਸੌਂਪ ਦਿੱਤਾ ਅਤੇ ਸਾਰਾ ਕੁਛ ਉਹਦਾ ਹੀ ਹੋ ਗਿਆ, ਅਤੇ ਆਪਾਂ ਵੀ ਉਹਦਾ ਹੀ ਹੋ ਗਏ। ਜਦ ਤੱਕ ਅਸੀਂ ਕਹਿੰਦੇ ਸੀ ਮੇਰਾ ਹੈ, ਜਿਵੇਂ ਜਦ ਤੱਕ ਜੀਵ ਮੇਰੀ ਮੇਰੀ ਕਰਦੇ, ਉਦੋਂ ਤੱਕ ਉਹਦਾ ਕੋਈ ਕਾਜ ਨਹੀਂ ਸਮਰਥ। ਜਿੱਦਣ ਮੇਰੀ ਮੇਰੀ ਮਿਟ ਗਈ, ਉਦਣ ਹੀ ਮਾਲਕ ਸਾਰੇ ਕਾਰਜ ਸਮਰਥ। ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੀ ਆਈ। ਜਦ ਤੱਕ ਤਾਂ ਅਸੀਂ ਕਹਿੰਦੇ ਮੇਰਾ ਹੈ, ਅਤੇ ਉਹਨਾਂ ਸਮਾਂ ਅਸੀਂ ਦੁਖੀ ਵੀ ਹੁੰਦੇ, ਅਤੇ ਜਿੱਦਣ ਮੇਰੀ ਮੇਰੀ ਮਿਟ ਗਈ ਵੀ ਜੋ ਕੁਛ ਹੈ ਸੋ ਤੇਰਾ, ਅਤੇ ਉਦੋਂ ਫਿਰ ਕਹਿੰਦਾ ਵੀ ਠੀਕ ਹੈ ਜੇ ਮੇਰਾ ਹੈ, ਅਤੇ ਫਿਰ ਕੋਈ ਵਿਘਨ ਨਹੀਂ ਲੱਗਦਾ, ਫਿਰ ਕੋਈ ਰੁਕਾਵਟ ਨਹੀਂ ਪੈਂਦੀ। ਕਿਉਂਕਿ ਜਿਨ੍ਹਾਂ ਨੂੰ ਮਾਲਕ ਦਾ ਨਾਮ ਪਿਆਰਾ ਹੈ, ਉਹਨਾਂ ਦੇ ਕਾਰਜ ਅਚਿੰਤ ਹੀ ਮਾਲਕ ਕਰ ਦਿੰਦਾ। ਮਹਾਰਾਜ ਕਹਿੰਦੇ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਨ ਹਰਿ ਕਾ ਨਾਮ ਪਿਆਰਾ। ਜਿਹੜਾ ਮਾਲਕ ਦਾ ਸੇਵਕ ਬਣ ਗਿਆ, ਉਹਦੇ ਕਿਸੇ ਕਾਰਜ ਦੇ ਵਿੱਚ ਕੋਈ ਵਿਘਨ ਪੈਂਦਾ ਹੀ ਨਹੀਂ, ਮਾਲਕ ਪੈਣ ਹੀ ਨਹੀਂ ਦਿੰਦਾ।
महाराज कहते अपने सेवक की आपे राखे आपे नाम जपावे, जह जह काज करत सेवक की तहाँ तहाँ उठ धावे। सेवक को नेगटी हुई दिखावे भी जिन्हें सारा कुछ उन्हें समर्पण कर दिता मालक नूं, ते मालक आप विच खड़ा हो जाता कि भी वो आपदे सेवक नूं नेगटी नेड़े हो के दिखाउंदा भी मैं तेरे नाल हाँ, कोई फिक्र करने की लोड़ ही नहीं, कोई चिंता करने की लोड़ नहीं जदों मैं तेरे नाल हाँ। सो इस वास्ते तां फिर कहंदे भी जिहड़े गुरमुख ने राम दे जन उन्हां नूं भरोसा है मालक से। राम जना को राम भरोसा, नाम जपत मिटिओ सगल अंदीसा। भी जदों असीं मालक दा सिमरन करांगे जिहड़े साडे सैंसे फिकर ने ना ये सारे मिट जाने, सारे खत्म हो जाने। असीं करिए तां सही, असीं करदे नहीं तां करके सानूं सैंसे फिकर लगदे, जां सानूं मन दुखी हुंदा साडा। ते जदों असीं करांगे ते मालक साडे सारे दुख मिटा दिंदा। ताइयों महाराज सानूं समझाउंदे भी तुसीं करो। हुण जिन्हां ने कीता उन्हां ने आपां नूं दस्सिआ गुरबाणी गुरु विच बई असीं सुखी हो गए सिमरन अभ्यास करके। सिमर 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 सुख पाया, बई तुसीं भी सिमरन करो तो तुहानूं भी सुख की प्राप्ति होएगी। तो वो सुख मिलेगा जिहड़ा सानूं संसार च अज तक मिलिआ नहीं। क्योंकि संसार दे विच असीं जिहनूं सुख कहने आ वो कोई सुख नहीं है, वो दुख ही है। असल दे विच सुख हुंदा आत्मक सुख जिहड़ा सदा सुख होवे। संसारी सुख कोई सदा रहने वाला नहीं है, कुछ समय वास्ते इहनूं अल्प सुख कहंदे, थोड़ा। भी जिहड़ा कदे सानूं सुख लगदा वो सुख कदों दुख च बदल जांदा वो सानूं पता भी नहीं लगदा। उही जिहनूं असीं सुख कहंदे सी उही दुख बन जांदा। ते महाराज जिहड़ा सुख कहंदे वो सदा सुख है, वो आत्मक सुख है। जिमें इधर सुख साडे किसी न किसी चीज़ों के नाल जुड़े हुए ने। संसार दे विच आपां देखिए भी असीं कदों खुश हुंदे, कदों असीं सुख जदों सानूं कोई चीज़ की प्राप्ति हुंदी उदों असीं कहने आ भी असीं खुश हुंदे। जदों इहो चीज़ साडे कोल जांदी है असीं दुखी हुंदे। वो की है, वो कोई आत्मक सुख नहीं है, वो माया का सुख है। भी कुछ मिल गया तो सुखी हो गए, नहीं मिलिया तो दुखी हो गई। आत्मक सुख हुंदा भी किसी पदार्थ के नाल नहीं। असीं अखां बंद कीतियां तो उदां ही सुखी हाँ असीं। भी ये नहीं भी कुछ मिल गया तो सुखी हो गए, नहीं मिलिया तो दुखी हो गए। वो माया के सुख ने, उन्होंने तां करके अल्प सुख कहिंदे, थोड़ा मिथया होया कुछ समय वास्ते। तो जदों असीं ये सिमरन अभ्यास करांगे वो सानूं आत्मक सुख मिलेगा, सानूं अंदरों सुख मिलेगा। उहदा फिर बाहरी किसी पदार्थ के नाल संबंध नहीं होएगा। उहदा चाहे सानूं भुखा, चाहे सानूं रुखा भोजन होवे वो तां भी आनंद है, चाहे साडे कोल पाटे हुए कपड़े होण तां भी आनंद है, क्योंकि उहदा आ संसार के पदार्थों के नाल संबंध नहीं है। चाहे साडे कोल रहण नूं छत ना होवे वो तां भी सुख है, क्योंकि वो आत्मक सुख है, वो आत्मक आनंद है। इस वास्ते महाराज सानूं कहंदे भी जे तुसीं वो सुख की प्राप्ति करनी चाहुंदे भी जिहड़ा कदे खत्म ना होवे, फिर तुसीं सिमरन करो, फिर तुसीं अभ्यास करो। ते जो गुरबाणी गुरु कह रहे सानूं ज्ञान दे रहे भी उन्होंने चंगी तरह समझो, समझण का यतन करो भी सानूं की समझाउणा चाहुंदे, की सानूं कहना चाहुंदे ने। जदों असीं ये सिमरन करांगे फिर सानूं गुरबाणी गुरु की समझ लगनी है, फिर सानूं भेत आउणा है। इसलिए सानूं कहंदे भी पहलां ये अभ्यास करके मन नूं जागत अवस्था च लैके आओ, तो फिर जदों ये जागेगा फिर इनूं गुरबाणी गुरु की समझ आएगी, तो फिर ये अगे मनेगा, फिर अगे चलेगा। आओ हुण जो महाराज आपां नूं इह सास गिरा सिमरन दसदे ने, आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈ ਨਹੀਂ ਬਣਦੀ, ਗੁਰਮੁਖ ਰਲ ਕੇ ਕਰਨਾ ਹੁੰਦਾ ਯਸ ਵੀ ਇੱਕ ਲੈ ਦੇ ਵਿੱਚ ਟੁੱਟੇ ਨਾ ਲੈ। ਜਦੋਂ ਆਪਾਂ ਵੱਖੋ ਵੱਖਰਾ ਕਰਦੇ ਨਾ ਉਹ ਫਿਰ ਤਾਂਹੀਓ ਰਸ ਨਹੀਂ ਬਣਦਾ। ਇੱਕ ਲੈ ਦੇ ਇੱਕ ਵਾਹੇ ਕਹਿੰਦਾ, ਦੂਜਾ ਗੁਰੂ ਕਹਿੰਦਾ, ਉਹ ਲੈ ਬਣਦੀ ਹੋਈ ਨਹੀਂ। ਮਿਲ ਕੇ ਕਰਨਾ ਵੀ ਜੇ ਆਪਾਂ ਇੱਕ ਜਣਾ ਤੇਜ਼ ਹੈ ਤੇ ਨਾਲ ਉਹਦੇ ਹੋ ਜਾਓ, ਜੇ ਹੌਲੀ ਹੈ ਤੇ ਨਾਲ ਮਿਲ ਕੇ ਸੁਰਤੀ ਨਾਲ ਸੁਰਤੀ ਮਿਲਾ ਕੇ। ਇਸ ਨੂੰ ਮਹਾਰਾਜ ਕਹਿੰਦੇ ਸੁਰਤੀ ਸੁਰਤ ਰਲਾਈਏ ਤਨ ਕਰ ਤੁਲਾ ਲੰਘੀਏ ਜੇਤ। ਵੀ ਸੁਰਤੀ ਨਾਲ ਸੁਰਤੀ ਮਿਲਾ ਕੇ ਮਤਲਬ ਆਵਾਜ਼ ਦੇ ਨਾਲ ਆਵਾਜ਼ ਮਿਲਾ ਕੇ ਇੱਕ ਦੂਸਰੇ ਦੇ ਨਾਲ ਇਕੱਠੇ ਹੋ ਕੇ ਚੱਲਣਾ। ਜਿਵੇਂ ਆਪਾਂ ਇੱਕ ਬੇੜੇ 'ਤੇ ਸਵਾਰ ਹਾਂ ਅਤੇ ਮਿਲ ਕੇ ਚੱਪੂ ਲਾਉਣਾ। ਜੇ ਹੁਣ ਇੱਕ ਜਣਾ ਇੱਕ ਪਾਸੇ ਨੂੰ ਲਾਏਗਾ, ਦੂਜਾ ਦੂਜੇ ਪਾਸੇ ਨੂੰ, ਉਹ ਬੇੜਾ ਚੱਲਣਾ ਹੀ ਨਹੀਂ, ਉੱਥੇ ਹੀ ਖੜ੍ਹਾ ਰਹੇਗਾ ਇੱਕ ਥਾਂ 'ਤੇ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਮਿਲ ਕੇ ਕਰੋ ਇੱਕ ਲੈ ਦੇ ਵਿੱਚ, ਤਾਂ ਕਿ ਲੈ ਟੁੱਟੇ ਵੀ ਸਾਡੀ ਸੁਰਤੀ ਅੱਗੇ ਸਫ਼ਰ ਕਰੇ, ਗਾਂਧੀ ਗਾ ਅਸੀਂ ਅੱਗੇ ਤੁਰੀਏ। ਸੋ ਇਸ ਵਾਸਤੇ ਫਿਰ ਇਹ ਆਪਾਂ ਨੂੰ ਇਹ ਤਰੀਕੇ ਹੁੰਦੇ, ਵਿਧੀਆਂ ਜੋ ਸਤਿਗੁਰੂ ਆਪਾਂ ਨੂੰ ਦੱਸਦੇ ਗੁਰਬਾਣੀ ਗੁਰੂ ਵਿੱਚ, ਵੀ ਇਹ ਅਭਿਆਸ ਕਰਨ ਦੀ ਵਿਧੀ ਕਿਵੇਂ ਅਸੀਂ ਅਭਿਆਸ ਕਰਨਾ। ਸਾਸ ਗਰਾਸ ਕਿਵੇਂ ਹੁੰਦਾ, ਫਿਰ ਸਾਸ ਸਸ ਕਿਵੇਂ ਹੁੰਦਾ, ਫਿਰ ਰੋਮ ਰੋਮ ਸਿਮਰਨ ਕਿਵੇਂ ਹੁੰਦਾ। ਇਹ ਸਾਰਾ ਫਿਰ ਆਪਾਂ ਨੂੰ ਅੱਗੇ ਦੀ ਅੱਗੇ ਦੱਸੀ ਜਾ ਰਹੀ ਬਾਰੇ ਸਟੈਪ ਬਾਈ ਸਟੈਪ। ਜਦੋਂ ਅਸੀਂ ਚੜਾਂਗੇ ਅੱਗੇ ਅਤੇ ਫਿਰ ਸਾਨੂੰ ਗਾਂਹ ਦੀ ਗਾਂਹ ਸਾਨੂੰ ਦੱਸੀ ਜਾਣਗੇ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਮਾਰਗ 'ਤੇ ਚੱਲਣਾ। ਆਪਾਂ ਇਹਨੂੰ ਸੁਣ ਕੇ ਛੱਡ ਨਹੀਂ ਦੇਣਾ। ਇਹ ਨਹੀਂ ਵੀ ਇੱਥੇ ਸੁਣਿਆ ਅਤੇ ਬਾਹਰ ਜਾ ਕੇ ਛੱਡਤਾ, ਭੁੱਲ ਗਏ। ਆਪਾਂ ਮੰਨਣਾ, ਇਹਨੂੰ ਆਪਦੇ ਜੀਵਨ ਦੇ ਵਿੱਚ ਧਾਰਨ ਕਰਨਾ, ਇਹਨੂੰ ਅਪਣਾਉਣਾ। ਇਸ ਸਿਮਰਨ ਨੂੰ ਤਾਂ ਆਪਾਂ ਇੰਨਾ ਦ੍ਰਿੜ ਕਰ ਲੈਣਾ ਵੀ ਇਹ ਤੋਂ ਬਿਨਾਂ ਸਾਡਾ ਸਰ ਹੀ ਨਾ, ਵੀ ਸਾਡੀ ਆਦਤ ਬਣ ਜੇ ਵੀ ਸਹਿਜ ਸੁਭਾਈ ਸਾਡੇ ਮੁੱਖ 'ਚੋਂ ਜਦੋਂ ਨਿਕਲੇ ਵਾਹਿਗੁਰੂ ਹੀ ਨਿਕਲੇ। ਵੀ ਇੰਨਾ ਅਸੀਂ ਦ੍ਰਿੜ ਕਰ ਲੈਣਾ ਹੁੰਦਾ ਵੀ ਹੋਰ ਕੋਈ ਵਚਨ ਨਿਕਲੇ ਹੀ ਨਾ ਮੁੱਖ 'ਚੋਂ। ਉਦੋਂ ਕਹਿੰਦੇ ਵੀ ਇਹਨਾਂ ਨੂੰ ਦ੍ਰਿੜ ਹੋ ਗਿਆ ਪੂਰਾ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਸਦਾ ਹੀ ਜਪੋ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ। ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਵਿਰਾਸ। ਸੋ ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਆਪਾਂ ਨੂੰ ਲਾਹਾ, ਅਤੇ ਇਹਦਾ ਲਾਹਾ ਆਪਾਂ ਨੂੰ ਹੌਲੀ ਹੌਲੀ ਪਤਾ ਲੱਗਦਾ। ਅਸਲ ਦੇ ਵਿੱਚ ਤਾਂ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਅਸੀਂ ਦੇਹ ਛੱਡਦੇ ਹਾਂ ਨਾ, ਫਿਰ ਪਤਾ ਲੱਗਦਾ ਵੀ ਆਹ ਤਾਂ ਸਾਨੂੰ ਸੰਗਤ ਨੇ ਬਚਾ ਲਿਆ। ਜੇ ਨਾ ਕਰਦੇ ਤਾਂ ਫਿਰ ਤਾਂ ਸਾਡਾ ਪਤਾ ਨਹੀਂ ਕੀ ਹਾਲ ਹੋਣਾ ਸੀ। ਇਸ ਵਾਸਤੇ ਇਹਨੂੰ ਮਾਮੂਲੀ ਨਹੀਂ ਸਮਝਣਾ, ਇਹਨੂੰ ਆਰਜੀ ਨਹੀਂ ਸਮਝਣਾ। ਇਹ ਸਭ ਤੋਂ ਉੱਤਮ ਕਾਰਜ ਹੈ, ਸਭ ਤੋਂ ਵੱਡਮੁੱਲਾ, ਸਭ ਤੋਂ ਕੀਮਤੀ।
ਸਿਮਰਨ ਕਰਨਾ ਅਤੇ ਸਤ ਸੰਗਤ ਕਰਨੀ। ਸੋ ਬਾਕੀ ਇਹ ਜੋ ਸਾਰਾ ਭੇਦ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਸਾਡੇ ਸਾਰਿਆਂ ਦੇ ਜੀਵਨ ਦਾ ਜੋ ਮਨੋਰਥ ਹੈ ਵਾਹਿਗੁਰੂ ਨੂੰ ਮਿਲਣਾ, ਅਤੇ ਆਪਾਂ ਮਿਲ ਸਕਦੇ। ਇਹ ਕੋਈ ਔਖਾ ਮਾਰਗ ਨਹੀਂ ਹੈ, ਬਹੁਤ ਸੌਖਾ ਹੈ। ਸਾਨੂੰ ਗਿਆਨ ਦੀ ਲੋੜ ਹੈ, ਸਾਨੂੰ ਸਮਝਣ ਦੀ ਲੋੜ ਹੈ। ਜੇ ਸਮਝ ਲੱਗ ਗਈ ਤਾਂ ਸੌਖਾ, ਜੇ ਨਾ ਸਮਝ ਲੱਗੀ ਫਿਰ ਔਖਾ, ਵੀ ਪਤਾ ਨਹੀਂ ਰੱਬ ਕਿੱਥੇ। ਜਦੋਂ ਸਮਝ ਲੱਗ ਗਈ ਫਿਰ ਪਤਾ ਵੀ ਰੱਬ ਨੂੰ ਤਾਂ ਮਨਾਉਣਾ ਸੌਖਾ ਹੈ, ਪਰ ਬੰਦੇ ਨੂੰ ਮਨਾਉਣਾ ਔਖਾ ਹੈ। ਰੱਬ ਨਹੀਂ ਰੁੱਸਦਾ, ਬੰਦਾ ਰੁੱਸਦਾ। ਇਸ ਕਰਕੇ ਰੱਬ ਨੂੰ ਮਨਾਉਣਾ ਕੋਈ ਇੰਨਾ ਔਖਾ ਨਹੀਂ ਹੈ। ਉਹ ਤਾਂ ਮੰਨੇ ਹੀ ਹੋਏ, ਉਹ ਸਾਡੇ ਨਾਲ ਗੁੱਸੇ ਥੋੜ੍ਹੀ ਹੁੰਦਾ ਕੋਈ, ਉਹ ਸਾਡੇ ਨਾਲ ਨਾਰਾਜ਼ ਨਹੀਂ ਹੈ, ਉਹ ਸਾਡੇ ਔਗਣ ਨਹੀਂ ਦੇਖਦਾ, ਉਹ ਕਦੇ ਵੀ ਨਹੀਂ ਦੇਖਦਾ। ਇਹਦਾ ਗਿਆਨਤਾ ਦੇ ਵਿੱਚ ਜੀਵ ਨੇ ਜਿਹੜੇ ਉਹ ਆਪਣੇ ਔਗਣ ਦੇਖਦੇ, ਇੱਕ ਦੂਸਰੇ ਦੇ ਵੈਰ ਵਿਰੋਧ ਕਰਦੇ। ਮਾਲਕ ਇਹ ਚੀਜ਼ ਨਹੀਂ ਦੇਖਦਾ। ਇਸ ਵਾਸਤੇ ਜਦੋਂ ਆਪਾਂ ਨੂੰ ਭੇਦ ਆ ਜਾਂਦਾ ਫਿਰ ਪਤਾ ਲੱਗਦਾ ਵੀ ਰੱਬ ਨੂੰ ਮਨਾਉਣਾ ਤਾਂ ਸੌਖਾ ਹੀ ਹੈ, ਇਨਸਾਨ ਨੂੰ ਮਨਾਉਣਾ ਔਖਾ, ਬੰਦਾ ਨਹੀਂ ਮੰਨਦਾ, ਰੱਬ ਤਾਂ ਮੰਨੇ ਹੀ ਹੋਏ। ਇਸ ਵਾਸਤੇ ਕੋਈ ਔਖਾ ਮਾਰਗ ਨਹੀਂ, ਬਹੁਤ ਸੌਖਾ ਆਪਾਂ ਨੂੰ ਗੁਰੂ ਸਾਹਿਬ ਨੇ ਦੱਸਿਆ, ਅਤੇ ਆਪਾਂ ਕੋਸ਼ਿਸ਼ ਕਰਨੀ ਸਮਝਣ ਦੀ। ਹੁਣ ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।